एक ओंकार सतनाम करता पुरख निरभव निर्वैर अकाल मूरत अजूनी सैभम गुर प्रसाद। धन धन गुरु ग्रंथ साहब जी महाराज, धन गुरु गोबिंद सिंह साहब सच्चे पातशाह, नदर करनी मातशाह दरवेश। भूल छिमो हमरी प्रभापन, भूलनहार कहाँ को मोसो। काहे रे बन खोजन जाई, सर्ब निवासी सदा लिपा तोहे संग समाई। वाहिगुरु जी का खालसा, वाहिगुरु जी की फतेह। ਅਸੀਂ ਕੁਝ ਚਿਰ ਤੋਂ ਸਿੱਧਗੋਸ਼ ਦੀ ਬਾਣੀ ਦੀ ਵਿਚਾਰ ਚਲਾ ਰਹੇ ਹਾਂ। ਬਾਣੀ ਦੀ ਵਿਚਾਰ ਕਰਦੇ ਜੀਵਨ ਦੇ ਅਨੇਕ ਹੀ ਡੂੰਘੇ ਭੇਦ ਸਾਹਿਬ ਨੇ ਖੋਲ੍ਹੇ ਹਨ। ਕੁਝ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹੋਏ ਹਜ਼ੂਰ ਦੇ ਦਰਸ਼ਨ ਵੀ ਉਹਨਾਂ ਦੇ ਬਾਣੀ ਦੇ ਜ਼ਰੀਏ ਹੁੰਦੇ ਹਨ। ਸਾਨੂੰ ਮਨ ਵਿੱਚ ਇੱਕ ਪ੍ਰਤੀਬਿੰਬ, ਇੱਕ ਰਿਫਲੈਕਸ਼ਨ ਗੁਰੂ ਸਾਹਿਬ ਦੀ ਹਜ਼ੂਰੀ ਦਾ ਦਿਖਦਾ ਹੈ। ਔਰ ਦਰਅਸਲ ਸਿੱਖ ਥਾਟ ਵਿੱਚ ਗੁਰੂ ਦੇ ਦਰਸ਼ਨ ਬਾਣੀ ਦੇ ਵਿੱਚ ਹੀ ਹਨ। ਕੋਈ ਫੋਟੋ, ਕੋਈ ਸ਼ਰੀਰ ਗੁਰੂ ਦੇ ਦਰਸ਼ਨ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਹਜ਼ੂਰੀ ਔਰ ਸ਼ਬਦ ਦੇ ਧਿਆਨ ਵਿੱਚ, ਸ਼ਬਦ ਦੇ ਵਿਚਾਰ ਵਿੱਚ ਹੀ ਜੀਵਨ ਸਿੱਖੀ ਦਾ ਆਰੰਭ ਹੁੰਦਾ ਹੈ। ਮੈਨੂੰ ਲੱਗਦਾ ਹੈ ਕਾਫੀ ਚਿਰ ਤੋਂ ਸਾਡੀ ਕੌਮ ਦੇ ਵਿੱਚ ਵੀ ਇੱਕ ਆਈਡੈਂਟੀਟੀ ਕ੍ਰਾਈਸਿਸ ਬਣੀ ਹੋਈ ਹੈ। ਅਸੀਂ ਕੀ ਨਹੀਂ ਹਾਂ ਉਸ 'ਤੇ ਸਾਡੀ ਬੜੀ ਸ਼ਕਤੀ ਲੱਗਦੀ ਹੈ, ਪਰ ਕੌਮੀ ਤੌਰ 'ਤੇ ਅਸੀਂ ਕੀ ਹਾਂ, ਸਿੱਖ ਕੌਣ ਹੈ, ਇਸ 'ਤੇ ਵਿਚਾਰ ਸ਼ਾਇਦ ਉਸ ਤੋਂ ਘੱਟ ਹੈ। ਕਿਸੇ ਵੀ ਧਰਮ ਦਾ ਆਧਾਰ, ਫਾਊਂਡੇਸ਼ਨ ਡਿਫਾਈਨ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਵੀ ਧਰਮ ਨੂੰ ਡਿਫਾਈਨ ਕੀਤਾ ਹੈ। ਜੇ ਅਸੀਂ ਬੇਸਿਕਲੀ ਸਮਝੀਏ ਤਾਂ ਇੱਕ ਧਰਮ ਦਾ ਉਹ ਐਸਪੈਕਟ ਹੈ ਜੋ ਨਜ਼ਰ ਆਉਂਦਾ ਹੈ, ਜਿਹਦੇ ਵਿੱਚ ਚਿੰਨ੍ਹ ਹਨ, ਸਿੰਬਲਸ ਹਨ, ਔਰ ਇੱਕ ਐਸਪੈਕਟ ਹੈ ਜਿਹੜਾ ਨਜ਼ਰ ਨਹੀਂ ਆਉਂਦਾ, ਜਿਹਦੇ ਵਿੱਚ ਨਾਮ ਹੈ, ਸ਼ਬਦ ਹੈ। ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਬਹੁਤ ਪਿਆਰੀ ਗੱਲ ਕੀਤੀ ਹੈ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ। ਟਿੱਕਾ ਔਰ ਧਾਗਾ ਇਹ ਹਿੰਦੂ ਮਤ ਦੇ ਵਿੱਚ ਆਈਡੈਂਟੀਟੀ ਡਿਫਾਈਨ ਕਰਨ ਵਾਸਤੇ ਵਰਤਿਆ ਜਾਂਦਾ ਹੈ। ਪਰ ਗੁਰੂ ਨੇ ਇੱਥੇ ਬਹੁਤ ਵੱਡੀ ਗੱਲ ਇੱਕ ਸਾਨੂੰ ਸਮਝਾਈ ਹੈ ਕਿ ਧਰਮ ਦਾ ਆਧਾਰ ਨਾਮ ਹੈ। ਬਿਨਾਂ ਨਾਮ ਦੇ ਇਹਨਾਂ ਚਿੰਨ੍ਹਾਂ ਦਾ ਕੀ ਲਾਭ ਹੋਇਆ। ਮੈਨੂੰ ਲੱਗਦਾ ਹੈ ਸਾਡੇ ਵਾਸਤੇ ਵੀ ਇਹੀ ਸੇਧ ਸਾਨੂੰ ਲੈਣੀ ਚਾਹੀਦੀ ਹੈ, ਕਿਉਂਕਿ ਸੀਨ ਔਰ ਅਨਸੀਨ ਵਰਲਡ, ਇਹ ਦੋ ਐਸਪੈਕਟਸ ਸਾਨੂੰ ਜੀਵਨ ਵਿੱਚ ਨਾਲ ਨਾਲ ਲੈ ਕੇ ਚੱਲਣੇ ਹਨ। ਔਰ ਧਰਮ ਦਾ ਬਹੁਤ ਹੀ ਵੱਡੀ ਕਮਾਈ ਅਨਸੀਨ ਹੈ। ਜਿਹੜੀ ਦਿਖ ਵੀ ਸਕਦੀ ਹੈ ਉਸ ਨੂੰ ਵੀ ਗੁਰੂ ਛਿਪਾਉਣ ਦਾ ਯਤਨ ਕਰਦਾ ਹੈ। ਗੁਰੂ ਕਹਿੰਦਾ ਹੈ ਕਿ ਕਰ ਪੁਨਹੁ ਨੀਚ ਸਦਾਈਏ, ਪੁੰਨ ਨੂੰ ਕਰਕੇ ਉਹਨੂੰ ਛਿਪਾ ਲੈ, ਇਹਨੂੰ ਦਰਸ਼ਨ ਵਿੱਚ ਨਾ ਲਿਆ, ਕਿਉਂਕਿ ਇਹ ਆਈਡੈਂਟੀਟੀ ਵਿੱਚ ਨਾ ਆ ਜਾਏ। ਜਿਹੜੀ ਚੀਜ਼ ਦਿਖਦੀ ਹੈ ਉਹ ਆਈਡੈਂਟੀਟੀ ਦਾ ਪਾਰਟ ਹੈ, ਦਿਖਾਵਾ ਹੈ ਦੁਨੀਆ ਵਾਸਤੇ। ਗੁਰੂ ਉਸ ਐਸਪੈਕਟ ਨੂੰ ਰਿਫਲੈਕਟ ਕਰਦਾ ਹੈ ਤਾਂ ਜਦੋਂ ਨਾਮ ਦੀ ਹਜ਼ੂਰੀ ਹੁੰਦੀ ਹੈ। ਨਾਮ ਦੀ ਹਜ਼ੂਰੀ ਵਿੱਚ ਫਿਰ ਸਭ ਕੁਝ ਪ੍ਰਵਾਨ ਹੈ ਹੁਣ। ਔਰ ਨਾਮ ਦੇ ਵਿੱਚ ਪ੍ਰੇਮ, ਇਕਾਪਨ, ਸਭ ਨਾਲ ਇੱਕ ਜੋਤ ਸਮਾਨ ਦੀ ਗੱਲ ਉਹੀ ਨਾਮ ਦੇ ਵਿੱਚ ਚੱਲਦੀ ਹੈ। ਔਰ ਉਹੀ ਫਿਰ ਸਿੱਖ ਆਈਡੈਂਟੀਟੀ ਦਾ ਪਾਰਟ ਵੀ ਬਣ ਜਾਂਦੀ ਹੈ। ਇਹੀ ਅਸੀਂ ਸਿੱਖ ਹਿਸਟਰੀ ਵਿੱਚ ਵੀ ਦੇਖਿਆ ਹੈ।
ਕੁਝ ਹੁਣ ਨਵੇਂ ਸਮੇਂ ਵਿੱਚ ਦੇਖਣ ਆਉਂਦਾ ਹੈ ਕਿ ਮੈਨੂੰ ਲੱਗਦਾ ਹੈ ਕਿ ਜੋ ਨਾਮ ਦਾ ਆਧਾਰ ਸਿੱਖ ਜੀਵਨ ਦਾ ਹੋਣਾ ਚਾਹੀਦਾ ਹੈ, ਜਿਤਨੀ ਇੰਪੋਰਟੈਂਸ ਨਾਮ ਦੀ ਸਾਡੇ ਧਰਮ ਵਿੱਚ ਹੈ ਜਾਂ ਕਿਸੇ ਵੀ ਧਰਮ ਵਿੱਚ ਹੋਣੀ ਚਾਹੀਦੀ ਹੈ, ਉਹ ਅਸੀਂ ਉਤਨੀ ਨਹੀਂ ਦੇ ਪਾ ਰਹੇ। ਸੋਚਣ ਦਾ ਵਿਸ਼ੇ ਹੈ। ਧਰਮ ਦੀ ਕਮਾਈ ਕੀ ਹੈ, ਇਹ ਵੀ ਗੁਰੂ ਨੇ ਸਾਨੂੰ ਸਮਝਾਇਆ ਹੈ। ਪਰ ਅੱਜ ਦੇ ਪਦੇ ਵਿੱਚ ਕੁਝ ਇੱਕ ਪੰਕਤੀਆਂ ਇਹੋ ਜਿਹੀਆਂ ਹਨ ਜਿਨ੍ਹਾਂ ਵਿੱਚ ਸਾਨੂੰ ਸੋਚਣਾ ਪਏਗਾ ਕਿ ਅਸੀਂ ਹੁਣ ਤੱਕ ਧਰਮ ਨੂੰ ਕਿਸ ਤਰ੍ਹਾਂ ਡਿਫਾਈਨ ਕਰਦੇ ਜਾ ਰਹੇ ਹਾਂ। ਇਹ ਗੁਰੂ ਦੀ ਆਪਣੀ ਬਾਣੀ ਹੈ, ਗੁਰੂ ਨੇ ਹੀ ਦੱਸੀ ਹੈ, ਗੁਰੂ ਨੇ ਹੀ ਦਰਜ ਕੀਤੀ ਹੈ। ਇਸ ਕਰਕੇ ਹੁਣ ਸਾਨੂੰ ਬਹੁਤ ਧਿਆਨ ਨਾਲ ਗੁਰੂ ਸਾਹਿਬ ਦੇ ਦਰਸ਼ਨ ਇਸ ਬਾਣੀ ਦੇ ਜ਼ਰੀਏ ਪ੍ਰਗਟ ਰੂਪ ਵਿੱਚ ਵਿਚਾਰਨੇ ਪੈਣਗੇ। ਆਓ ਇਸ ਬਾਣੀ ਨੂੰ ਬਹੁਤ ਪਿਆਰ ਨਾਲ ਪੜ੍ਹੀਏ, ਫਿਰ ਇਸ ਦੇ ਦਰਸ਼ਨ ਔਰ ਵਿਚਾਰ ਵਿੱਚ ਉਤਰੀਏ। ਧੰਨਵਾਦ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਰੰਗ ਨ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦੈ ਜਲ ਬਲ ਤਾਤਾ। ਬਿੰਦ ਨ ਰਾਖਿਆ ਸ਼ਬਦ ਨ ਪਾਖਿਆ, ਪਵਨ ਨ ਸਾਧਿਆ ਸਚ ਨ ਅਰਾਧਿਆ। ਅਕਥ ਕਥਾਲੇ ਸਮਕਰ ਰਹੈ, ਤੋ ਨਾਨਕ ਆਤਮ ਰਾਮ ਕੋ ਲਹੈ। ਵਾਹਿਗੁਰੂ ਜੀ। ਅਕਥ ਕਥਾ ਲੈ ਸਮ ਕਰ ਰਹੇ, ਤੋ ਨਾਨਕ ਆਤਮ ਰਾਮ ਕੋ ਲਹੈ। ਮਨ ਕੀ ਹੈ ਮਹਾਰਾਜ? ਮਨ ਦੀ ਗੱਲ ਗੁਰੂ ਨਾਨਕ ਸਾਹਿਬ ਕਿੰਨੀ ਵਾਰ ਕਰਦੇ ਹਨ, ਬਾਰ-ਬਾਰ। ਕਿਸੇ ਨੇ ਗੁਰੂ ਦਾ ਪ੍ਰੇਮ ਪਾ ਲਿਆ, ਉਹਦੀ ਚਾਲ ਬਦਲੀ ਹੋ ਗਈ, ਉਹਦਾ ਜੀਵਨ ਬਦਲ ਗਿਆ। ਗਿਆ ਤੇ ਕੁਝ ਹੋਰ ਸੀ, ਗੁਰੂ ਨੂੰ ਮਿਲਿਆ, ਵਾਪਸ ਦੀ ਚਾਲ ਕੁਝ ਹੋਰ ਹੈ। ਮਨ ਵਿੱਚ ਇੱਕ ਪ੍ਰੇਮ ਜਗ ਗਿਆ, ਗੁਰੂ ਦੇ ਦਰਸ਼ਨ ਹੁਣ ਮਨ ਵਿੱਚ ਉਤਰ ਗਏ। ਮਨ ਪੂਰਾ ਹੋ ਗਿਆ, ਨਾ ਤਾਂ ਵਿਚਾਰ ਰਹੇ ਹਨ, ਨਾ ਹੀ ਕੋਈ ਪ੍ਰਸ਼ਨ ਬਚੇ ਹਨ। ਇੱਕ ਸੁੰਨ ਦੀ ਅਵਸਥਾ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਇਸ ਬਾਣੀ ਵਿੱਚ ਕੀਤੀ ਹੈ। ਵਾਹਿਗੁਰੂ ਜੀ। ਮਨ ਕੀ ਹੈ ਮਹਾਰਾਜ? ਮਨ ਨੂੰ ਗੁਰੂ ਨਾਨਕ ਸਾਹਿਬ ਨੇ ਹਰ ਜਗ੍ਹਾ ਤੇ ਟਟੋਲਿਆ ਹੈ। ਸਾਨੂੰ ਕਈ ਵਾਰ ਮਨ ਬਾਰੇ ਅਲੱਗ-ਅਲੱਗ ਤਰੀਕਿਆਂ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ਗੁਰੂ ਨੂੰ ਕੋਈ ਸਿੱਖ ਮਿਲਿਆ ਹੈ ਤਾਂ ਉਹਦੀ ਚਾਲ ਬਦਲ ਗਈ ਹੈ। ਗਿਆ ਤੇ ਕੁਝ ਹੋਰ ਸੀ, ਆ ਕੁਝ ਹੋਰ ਰਿਹਾ ਹੈ। ਅਨੰਦਪੁਰ ਗਿਆ, ਇੱਕ ਵਾਰ ਦਰਸ਼ਨ ਉਤਰ ਗਏ ਮਨ ਵਿੱਚ, ਜੁੜ ਗਿਆ ਮਨ, ਮਨ ਬਦਲ ਗਿਆ। ਹੁਣ ਕੀ ਰੰਗ ਚੜ ਗਿਆ ਮਨ ਵਿੱਚ ਮਹਾਰਾਜ? ਇਹ ਕਿਹੜਾ ਰੰਗ ਹੈ ਸਾਹਿਬ, ਜਿਹੜਾ ਪਾਟੇ ਕੱਪੜੇ ਪਾ ਕੇ ਵੀ ਉਸ ਆਨੰਦ ਦੇ ਦਰਸ਼ਨ ਕਰਾਂਦਾ ਹੈ, ਜਿਹੜੇ ਵੈਸੇ ਕਰੋੜਾਂ ਦੇ ਮਾਲਕ ਕੋਲ ਵੀ ਨਾ ਹੋਣ। ਮਨ ਦੀ ਅਵਸਥਾ ਬਦਲ ਗਈ, ਸਭ ਕੁਝ ਬਦਲ ਗਿਆ। ਮਨ ਬਦਲਿਆ, ਜੀਵਨ ਬਦਲ ਗਿਆ। ਮੇਰੇ ਆਸ-ਪਾਸ ਦੇ ਹਾਲਾਤ, ਉਸੇ ਨੂੰ ਮੈਂ ਜੀਵਨ ਜਾਣਦਾ ਹਾਂ। ਇਹੀ ਮੇਰਾ ਜੀਵਨ ਹੈ। ਪਰ ਮਨ ਦੇ ਵਿੱਚ ਜੋ ਅਕਸ ਪਏਗਾ ਜੀਵਨ ਦਾ, ਉਹ ਹੈ ਮਹਾਰਾਜ। ਜੇ ਇਹ ਬਾਹਰ ਦੇ ਹਾਲਾਤ ਮੇਰੇ ਤੇ ਅਕਸ ਘਟਾ ਦੇਣਗੇ, ਰਿਫਲੈਕਸ਼ਨ ਘਟਾ ਦੇਣਗੇ, ਤਾਂ ਮਨ ਦੇ ਰੂਪ ਬਦਲ ਜਾਏਗਾ, ਮੇਰੀ ਸੋਚਣੀ ਬਦਲ ਜਾਏਗੀ।
ਮੈਂ ਜੀਵਨ ਨੂੰ ਹੋਰ ਤਰ੍ਹਾਂ ਦੇਖਣਾ ਸ਼ੁਰੂ ਕਰ ਦਿਆਂਗਾ। ਮੈਨੂੰ ਕੁਝ ਸਾਲ ਪਹਿਲੇ ਦੀ ਇੱਕ ਇਨਸੀਡੈਂਸ ਯਾਦ ਆਉਂਦਾ ਹੈ। ਇੱਕ ਪਰਿਵਾਰ ਦੇ ਵਿੱਚ ਉਹਨਾਂ ਨੂੰ ਬੱਚੇ ਦੀ ਬੜੀ ਆਸ ਸੀ, ਪਰ ਨਹੀਂ ਹੁੰਦਾ ਸੀ। ਕਈ ਸਾਲ ਬਾਅਦ ਫਿਰ ਹੋਇਆ ਤਾਂ ਜਲਦੀ ਹੀ ਬਿਮਾਰ ਪੈ ਗਿਆ। ਪਰਿਵਾਰ ਬੜਾ ਇਨਫਲੂਐਂਸ਼ੀਅਲ ਸੀ, ਪੈਸੇ ਵਾਲਾ ਸੀ। ਉਹਨਾਂ ਨੇ ਉਹਦੇ ਬਿਮਾਰ ਪੀਰੀਅਡ ਵਿੱਚ ਬੜੇ ਯਤਨ ਕੀਤੇ। ਹਰ ਧਰਮ ਦੇ ਵਿੱਚ ਜਾ ਕੇ ਆਪਣੀ ਅਰਦਾਸ ਰੱਖੀ। ਬੇਬਸ ਹੋ ਕੇ ਇਨਸਾਨ ਅਰਦਾਸ ਹੀ ਕਰਦਾ ਹੈ। ਬੱਚਾ ਬਚਿਆ ਨਹੀਂ। ਮੈਨੂੰ ਉਹਨਾਂ ਦੇ ਬਜ਼ੁਰਗਾਂ ਨੇ ਇੱਕ ਫਿਰ ਗੱਲ ਕਰ ਦਿੱਤੀ ਜਿਹੜੀ ਮੇਰੇ ਮਨ ਵਿੱਚ ਨਿਸ਼ਾਨ ਕਰ ਗਈ। ਉਹਨਾਂ ਨੇ ਮੈਨੂੰ ਕਿਹਾ, ਰੱਬ ਨਹੀਂ ਹੈ। ਮੈਂ ਬਹੁਤ ਜਗ੍ਹਾ ਜਾ ਕੇ ਅਰਦਾਸ ਕਰਕੇ ਦੇਖਿਆ ਹੈ, ਰੱਬ ਨਹੀਂ ਹੈ। ਇਹ ਉਹਨਾਂ ਦਾ ਆਪਣਾ ਪਰਸਨਲ ਡਿਸਅਪੁਆਇੰਟਮੈਂਟ ਦਾ ਰਿਫਲੈਕਸ਼ਨ ਸੀ। ਮੈਂ ਉਸ ਗੱਲ ਨੂੰ ਇੱਕ ਚੋਟ ਦੀ ਤਰ੍ਹਾਂ ਲਿਆ, ਪਰ ਸੁਣੀ ਨੂੰ ਅਣਸੁਣੀ ਕਰ ਦਿੱਤਾ। ਪਰ ਇੱਥੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਅਸੀਂ ਜੀਵਨ ਨੂੰ ਤਾਂ ਹੀ ਰੱਬ ਦੇ ਪ੍ਰੈਜ਼ੈਂਸ ਵਿੱਚ ਜਾਣਦੇ ਹਾਂ ਜਦ ਤੱਕ ਜੋ ਅਸੀਂ ਚਾਹੀਏ ਹੁੰਦਾ ਰਹੇ। ਇੱਕ ਤਰ੍ਹਾਂ ਅਸੀਂ ਆਪਣੇ ਆਪ ਨੂੰ ਜੀਵਨ ਦਾ ਸੈਂਟਰ ਜਾਣਦੇ ਹਾਂ। ਮੇਰੇ ਕਰਕੇ ਜੀਵਨ ਹੈ। ਇਹ ਹੈ ਗੱਲ ਜਿਹੜੀ ਉਲਟ ਹੈ। ਜਿਸ ਚੀਜ਼ ਦੀ ਹਜ਼ੂਰੀ ਜੀਵਨ ਵਿੱਚ ਹੈ ਉਸ ਨੂੰ ਗੁਰੂ ਨਾਨਕ ਸਾਹਿਬ ਨੇ ਹੁਕਮ ਕਿਹਾ ਹੈ। ਹੁਕਮ ਦੇ ਜ਼ਰੀਏ ਇਸ ਦੁਨੀਆ ਨੂੰ ਬਣਾਉਣ ਵਾਲਾ ਇਸ ਦੁਨੀਆ ਦੇ ਵਿੱਚ ਬੈਠਾ ਹੈ ਔਰ ਲੋਪ ਹੈ, ਦਿਖਦਾ ਨਹੀਂ ਹੈ। ਮੈਂ ਆਪਣੇ ਆਪ ਨੂੰ ਜੀਵਨ ਦਾ ਅਗਰ ਸੈਂਟਰ ਜਾਣਾਂਗਾ ਤਾਂ ਮੇਰੇ ਕੋਲ ਫਿਰ ਸਿਰਫ ਦੁੱਖ ਦਾ ਹੀ ਕਾਰਨ ਬਚਣਗੇ। ਅਖੀਰ ਮੈਨੂੰ ਦੁੱਖ ਹੀ ਮਿਲੇਗਾ। ਗੁਰੂ ਸਾਹਿਬ ਨੇ ਆਸਾ ਦੀ ਵਾਰ ਵਿੱਚ ਇਸ ਤਰ੍ਹਾਂ ਹੀ ਕੁਝ ਸਮਝਾਇਆ ਹੈ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਨਾ। ਮੈਂ ਆਪਣੇ ਹੁਕਮਾਂ ਵਿੱਚ ਆਪਣੇ ਹੁਕਮ ਨੂੰ ਜੀਵਨ ਜਾਣਦਾ ਹਾਂ ਤਾਂ ਅੱਗੇ ਰਾਹ ਭੀੜਾ ਆਏਗਾ। ਮੈਂ ਜੀਵਨ ਦਾ ਸੈਂਟਰ ਨਹੀਂ ਹਾਂ। ਸ਼ਬਦ ਦੇ ਜ਼ਰੀਏ ਮੈਂ ਹੁਕਮ ਨੂੰ ਜਾਣ ਸਕਦਾ ਹਾਂ। ਹੁਕਮ ਨੂੰ ਜਾਣਨ ਦਾ ਤਰੀਕਾ ਹੋਰ ਕੋਈ ਨਹੀਂ ਹੈ। ਹੁਕਮ ਇੱਕ ਅਨਡਿਫਾਈਨਡ ਪੈਰਾਡਾਈਮ ਹੈ, ਇੱਕ ਹਜ਼ੂਰੀ ਹੈ ਜਿਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਜੀਆ ਵੀ ਜਾ ਸਕਦਾ ਹੈ, ਪਰ ਡਿਫਾਈਨ ਨਹੀਂ ਕੀਤਾ ਜਾ ਸਕਦਾ। ਸਾਹਿਬ ਨੇ ਇਸ ਬਾਣੀ ਵਿੱਚ ਜਿਹੜੀ ਇੱਕ ਗੱਲ ਸਾਡੇ ਨਾਲ ਬਹੁਤ ਵਾਰ ਕੀਤੀ ਹੈ ਉਹ ਸ਼ਬਦ ਦੀ ਹੈ। ਮੈਨੂੰ ਲੱਗਦਾ ਹੈ ਸ਼ਾਇਦ ਹਰ ਇੱਕ ਪਦੇ ਵਿੱਚ ਸ਼ਬਦ ਦੀ ਹਜ਼ੂਰੀ ਹੈ, ਸ਼ਬਦ ਦੀ ਗੱਲ ਹੈ। ਸਾਨੂੰ ਸਿੱਖਾਂ ਨੂੰ ਇਸ ਤੋਂ ਕੁਝ ਸਿੱਖਣਾ ਚਾਹੀਦਾ ਹੈ। ਸਿੱਖ ਗੁਰੂ ਦਾ ਸਿੱਖ ਹੈ, ਉਸ ਨੂੰ ਸ਼ਬਦ ਡਿਫਾਈਨ ਕਰਦਾ ਹੈ, ਤਦ ਹੀ ਉਹ ਸਿੱਖ ਹੈ। ਮਨ ਕੀ ਹੈ ਮਹਾਰਾਜ? ਪ੍ਰਸ਼ਨ ਤਾਂ ਐਸੀ ਸ਼ੁਰੂ ਵਿੱਚ। ਅੱਜ ਮਨ ਦਾ ਇੱਕ ਰੂਪ ਦੇਖਣਾ ਬਣਦਾ ਹੈ। ਮਨ ਮੈਨੂੰ ਲੱਗਦਾ ਹੈ ਜਿਵੇਂ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ, ਮਿਰਰ ਦੀ ਤਰ੍ਹਾਂ ਹੈ। ਜਿਸ ਦੇ ਇਹਨੂੰ ਦਰਸ਼ਨ ਕਰਾਵਾਂਗੇ, ਜੋ ਇਹਨੂੰ ਐਕਸਪੀਰੀਅੰਸ ਕਰਾਵਾਂਗੇ, ਜੋ ਇਹਦੇ ਵਿੱਚ ਪਾਵਾਂਗੇ, ਉਹੀ ਇਹਦੇ ਚੋਂ ਨਿਕਲਣਾ ਸ਼ੁਰੂ ਹੋ ਜਾਏਗਾ। ਪਰ ਇਹ ਮਤ ਪਾਪਾ ਕੇ ਸੰਗ ਉਹ ਤੋਪੇ ਨਾਮੇ ਕੇ ਰੰਗ। ਜਿਵੇਂ ਮੈਂ ਮਤ ਨੂੰ ਇੱਕ ਐਕਸਪੀਰੀਅੰਸ ਵਿੱਚ ਡੁਬੋ ਦਿੱਤਾ ਹੈ, ਚਾਹੇ ਉਹ ਕਿਸੇ ਤਰ੍ਹਾਂ ਦਾ ਐਕਸਪੀਰੀਅੰਸ ਹੈ ਪਰ ਜੀਵਨ ਰੂਪੀ ਹੈ। ਉਹਦੇ ਵਿੱਚ ਕਾਮ, ਕ੍ਰੋਧ, ਹੰਕਾਰ, ਇਹ ਸਾਰੇ ਦਰਸ਼ਨ ਮਨ ਵਿੱਚ ਆ ਰਹੇ ਹਨ। ਤਾਂ ਉੱਥੇ ਮਨ ਹੁਣ ਉਸ ਸੋਰਸ ਤੋਂ ਟੁੱਟ ਗਿਆ
ਜਿੱਥੋਂ ਇਹ ਬਣ ਕੇ ਆ ਰਿਹਾ ਹੈ। ਹਉਮੈ ਦੇ ਹੰਕਾਰ ਦੇ ਜੀਵਨ ਵਿੱਚ ਉਤਰ ਗਿਆ। ਇਹ ਹੁਣ ਪਾਪਾਂ ਨਾਲ ਭਰ ਗਿਆ। ਮਹਾਰਾਜ ਨੇ ਸਮਝਾਇਆ ਹੈ ਕਿ ਇਹਨੂੰ ਅਗਰ ਚੇਂਜ ਵਿੱਚ ਲਿਆਣਾ ਹੈ, ਇਸ ਨੂੰ ਅਗਰ ਬਦਲਣਾ ਹੈ ਤਾਂ ਨਾਮ ਨਾਲ ਜੁੜ ਜਾਓ। ਇਹ ਜਿਹੜੀਆਂ ਗੱਲਾਂ ਅਸੀਂ ਬਾਅਦ ਦਫਾ ਸਮਝਦੇ ਹਾਂ ਕਿ ਪਹਿਲੇ ਸੁਣੀ ਸੀ, ਮੈਨੂੰ ਲੱਗਦਾ ਇਹਨਾਂ ਦਾ ਮਨ ਵਿੱਚ ਮੰਥਨ ਕਰਨਾ ਪਏਗਾ ਬਹੁਤ ਡੂੰਘਾ। ਨਾਮ ਦੀ ਗੱਲ ਨੂੰ ਅਸੀਂ ਜਿਤਨਾ ਹਲਕਾ ਸਮਝਦੇ ਹਾਂ ਜਾਂ ਜਿਤਨੀ ਇੰਪੋਰਟੈਂਸ ਦਿੰਦੇ ਹਾਂ, ਉਸ ਤੋਂ ਕਈ ਜ਼ਿਆਦਾ ਹੈ। ਸਿੱਖ ਹੀ ਇੱਥੋਂ ਬਣਦਾ ਹੈ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਅਗਰ ਟਿੱਕਾ ਔਰ ਤਗ ਨੂੰ ਮੈਂ ਸਿੱਖ ਸਿੰਬਲਸ ਨਾਲ ਜੋੜਦੇ ਹਾਂ ਤਾਂ ਉਹ ਵੀ ਇਹੀ ਬਣਨਗੇ। ਫਿਰ ਬਿਨਾਂ ਨਾਮ ਦੇ ਸਿੱਖ ਦਾ ਜੀਵਨ ਨਹੀਂ ਹੈ। ਤਾਂ ਮਨ ਵਿੱਚ ਇੱਕ ਪ੍ਰਤੀਬਿੰਬ ਆਉਂਦਾ ਹੈ, ਰਿਫਲੈਕਸ਼ਨ ਆਉਂਦਾ ਹੈ ਜੀਵਨ ਦਾ। ਗੁਰੂ ਨੇ ਇਸ ਨੂੰ ਬਾਰ-ਬਾਰ ਰੰਗ ਵੀ ਕਿਹਾ ਹੈ। ਮਨ ਵਿੱਚ ਰੰਗ ਚੜ੍ਹਦਾ ਹੈ। ਜਿਵੇਂ ਅਸੀਂ ਕੋਈ ਕੋਰਾ ਚਿੱਟਾ ਕੱਪੜਾ ਲੈ ਲਈਏ, ਉਹਨੂੰ ਨੀਲੇ ਵਿੱਚ ਡੁਬੋਵਾਂਗੇ ਤੇ ਨੀਲਾ ਹੋ ਜਾਏਗਾ, ਪੀਲੇ ਵਿੱਚ ਡੁਬੋਵਾਂਗੇ ਤੇ ਪੀਲਾ ਹੋ ਜਾਏਗਾ, ਕਾਲੇ ਵਿੱਚ ਡੁਬੋਵਾਂਗੇ ਤੇ ਕਾਲਾ ਹੋ ਜਾਏਗਾ। ਇਸੇ ਤਰ੍ਹਾਂ ਮਨ ਦੀ ਆਪਣੀ ਕੋਈ ਬਣਤ ਨਹੀਂ ਹੈ ਜਿਹੜੀ ਸਪੈਸੀਫਿਕ ਹੈ। ਜਿਸ ਐਕਸਪੀਰੀਅੰਸ ਵਿੱਚ ਮਨ ਨੂੰ ਪਾਵਾਂਗੇ, ਉਸ ਐਕਸਪੀਰੀਅੰਸ ਵਿੱਚ ਉਹ ਰੰਗਿਆ ਜਾਏਗਾ। ਤਾਂ ਜੀਵਨ ਦੇ ਕਈ ਐਕਸਪੀਰੀਅੰਸਿਸ ਵਿੱਚ ਮਨ ਜਾਂਦਾ ਹੈ। ਕਿਸੇ ਨੇ ਕੋਈ ਗੇਮ ਵਿੱਚ ਨਿਪੁੰਨ ਹੋਣਾ ਹੈ, ਉਹ ਮਨ ਨੂੰ ਉਹਦੇ ਵਿੱਚ ਲਗਾਉਂਦਾ ਹੈ। ਕਿਸੇ ਨੇ ਕੋਈ ਡਿਗਰੀ ਲੈਣੀ ਹੈ, ਉਹ ਮਨ ਨੂੰ ਉਹਦੇ ਵਿੱਚ ਲਗਾਉਂਦਾ ਹੈ। ਕਿਸੇ ਨੂੰ ਸਿਖਾਉਣਾ ਹੈ, ਉਹ ਮਨ ਨੂੰ ਉਸ ਵਿੱਚ ਲਗਾਉਂਦਾ ਹੈ। ਕੋਈ ਵੀ ਕਾਰਜ ਅਸੀਂ ਕਰ ਰਹੇ ਹਾਂ, ਮਨ ਨੂੰ ਅਸੀਂ ਲਗਾ ਰਹੇ ਹਾਂ, ਅਪਲਾਈ ਕਰ ਰਹੇ ਹਾਂ। ਮਨ ਵਿੱਚ ਰੰਗ ਚੜ੍ਹਦਾ ਹੈ। ਇੱਕ ਚੀਜ਼ ਸਾਨੂੰ ਦੇਖਣੀ ਚਾਹੀਦੀ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਤੇ ਗਏ ਹਨ ਤਾਂ ਗੁਰਮੁਖ ਨੂੰ ਲੱਭਣ ਗਏ ਹਨ, ਪਰ ਪਹਿਰਾਵਾ ਬਦਲਦੇ ਜਾ ਰਹੇ ਹਨ। ਮੈਨੂੰ ਲੱਗਦਾ ਹੈ ਇਹਦੇ ਵਿੱਚ ਬਹੁਤ ਵੱਡਾ ਇਸ਼ਾਰਾ ਹੈ। ਹਜੂਰ ਨੇ ਉਸ ਤਰ੍ਹਾਂ ਦਾ ਪਹਿਰਾਵਾ ਪਾ ਲਿਆ ਜਿਸ ਤਰ੍ਹਾਂ ਦੇ ਉਹ ਜਗ੍ਹਾ ਤੇ ਜਾ ਰਹੇ ਹਨ। ਆਪਣੀ ਆਇਡੈਂਟੀਟੀ ਨੂੰ ਸੁਪਰਸੀਡ ਨਹੀਂ ਕੀਤਾ, ਦੂਸਰੇ ਦੇ ਵਿੱਚ ਰਲ ਗਏ ਹਨ। ਜਿਹੜਾ ਨੋਨ ਔਰ ਦੇਖਣ ਵਾਲਾ ਜੀਵਨ ਹੈ, ਉਹ ਬੈਰੀਅਰ ਨਾ ਬਣੇ, ਮੈਂ ਗੁਰਮੁਖ ਕੋਲ ਪਹੁੰਚ ਸਕਾਂ, ਉਹ ਵਿਧੀ ਬਣਾਈ ਹੈ। ਕਿਉਂਕਿ ਅਗਰ ਮੈਂ ਵੱਖਰਾ ਹੋਵਾਂਗਾ ਤਾਂ ਪਹਿਲਾਂ ਉਹਦੇ ਵਿੱਚ ਐਨਰਜੀ ਲੱਗੇਗੀ ਕਿ ਇਹ ਹੈ ਕੌਣ। ਇਹ ਭਾਈ ਗੁਰਦਾਸ ਇਸ ਨੂੰ ਮੈਂਸ਼ਨ ਕਰਦੇ ਹਨ ਕਿ ਨੀਲੇ ਵਸਤਰ ਪਾ ਲਏ ਹਨ ਜਦੋਂ ਬਗਦਾਦ ਵੱਲ ਗਏ ਹਨ। ਇਸੇ ਤਰ੍ਹਾਂ ਜਿਹੜੇ ਸਥਾਨ ਤੇ ਜਾਂਦੇ ਰਹੇ ਹਨ, ਆਪਣਾ ਪਹਿਰਾਵਾ ਬਦਲਦੇ ਰਹੇ ਹਨ। ਔਰ ਫਿਰ ਇੱਕ ਬੜਾ ਲੰਬਾ ਪੀਰੀਅਡ ਆਉਂਦਾ ਹੈ ਜਦੋਂ 17-18 ਸਾਲ ਉਹ ਕਰਤਾਰਪੁਰ ਵਿੱਚ ਹੀ ਆਪਣੀ ਗੱਲ ਕਰਦੇ ਰਹੇ ਹਨ, ਸ਼ਬਦ ਦੀ। ਖੇਤੀ ਵੀ ਕਰਦੇ ਹਨ, ਆਪਣੀ ਕਮਾਈ ਕਰਦੇ ਹਨ। ਤਾਂ ਹਜ਼ੂਰ ਨੇ ਇੱਕ ਤਰ੍ਹਾਂ ਦਾ ਸਾਨੂੰ ਉਪਦੇਸ਼ ਦਿੱਤਾ ਹੈ ਕਿ ਬਿਨਾਂ ਨਾਮ ਦੇ ਧਰਮ ਦੀ ਕਮਾਈ ਨਹੀਂ ਜਾਣ ਸਕਦੇ ਅਸੀਂ। ਔਰ ਧਰਮ ਦੀ ਅਸਲ ਕਮਾਈ ਕੀ ਹੈ, ਇਸ ਬਾਣੀ ਵਿੱਚ ਕਿਤਨੇ ਪਿਆਰ ਨਾਲ ਡਿਫਾਈਨ ਕਰਦੇ ਜਾ ਰਹੇ ਹਨ। ਅੱਜ ਉਹਨਾਂ ਨੇ ਪਹਿਲੀ ਪੰਕਤੀ ਵਿੱਚ ਕੁਝ ਰੰਗ ਦੀ ਗੱਲ ਕੀਤੀ ਹੈ। ਮਨ ਵਿੱਚ ਰੰਗ ਚੜ੍ਹਦਾ ਹੈ। ਉੱਤਮ ਰੰਗ ਕੀ ਹੈ ਮਨ ਵਿੱਚ? ਸੁਪਰੀਮ, ਜਿਸ ਨੂੰ ਗੁਰੂ
ਸਲਾਹੁੰਦਾ ਹੈ, ਜਿਸ ਨੂੰ ਗੁਰੂ ਰੈਕਗਨਾਈਜ਼ ਕਰਦਾ ਹੈ ਕਿ ਇਹ ਹੋਣਾ ਚਾਹੀਦਾ ਹੈ, ਉਹ ਨਾਮ ਦਾ ਰੰਗ ਹੈ। ਅਸੀਂ ਸਾਰੇ ਜੀਵਨ ਜੀਂਦੇ ਹਾਂ। ਇਸ ਜੀਵਨ ਨੂੰ ਜੀਂਦੇ ਹੋਏ ਇਹਦੇ ਵਿੱਚ ਰਸ ਜਿਹੜਾ ਆਉਂਦਾ ਹੈ ਉਹ ਸਾਨੂੰ ਡਿਵਾਈਨ ਕਰਦਾ ਹੈ। ਰਸ ਸਾਡੀ ਐਨਰਜੀ ਸੈਂਟਰ ਬਣਦਾ ਹੈ। ਰਸ ਯਾਨੀ ਸਾਡਾ ਇੰਟਰਸਟ ਬਣਿਆ ਰਹਿੰਦਾ ਹੈ। ਹਰ ਜਣੇ ਨੂੰ ਇਸ ਜੀਵਨ 'ਚ ਕੁਝ ਨਸ਼ਾ ਆ ਰਿਹਾ ਹੈ। ਕਿਸੇ ਵੀ ਕਾਰਨ, ਕਿਸੇ ਵੀ ਸਿਚੁਏਸ਼ਨ ਵਿੱਚ ਸਾਨੂੰ ਸਭ ਨੂੰ ਕੁਛ ਨਾ ਕੁਛ ਨਸ਼ਾ, ਕੁਛ ਨਾ ਕੁਛ ਰਸ ਆ ਰਿਹਾ ਹੈ। ਚਾਹੇ ਉਹ ਜੀਵਨ ਦੇ ਵਿੱਚ ਅਨੇਕਾਂ ਹੀ ਫਿਜ਼ੀਕਲ ਨਸ਼ੇ ਹੋਣ, ਤਾਂ ਅਸੀਂ ਫਿਜ਼ੀਕਲ ਤੌਰ 'ਤੇ ਦੇਖੀਏ ਤਾਂ ਕਿਤਨੇ ਹੀ ਲੋਕਾਂ ਨੂੰ, ਕਿਸੇ ਨੂੰ ਚੰਗਾ ਘਰ ਬਣਾਉਣ 'ਚ ਨਸ਼ਾ ਆ ਰਿਹਾ ਹੈ, ਕਿਸੇ ਨੂੰ ਚੰਗੀ ਕਾਰ ਵਾਸਤੇ ਨਸ਼ਾ ਆ ਰਿਹਾ ਹੈ, ਕੋਈ ਆਪਣੇ ਬੱਚੇ ਪਾਲਣ ਵਿੱਚ ਹੀ ਨਸ਼ਾ ਲੈ ਰਿਹਾ ਹੈ, ਕਿਸੇ ਨੂੰ ਕਾਮ ਵਾਸਨਾ ਤੋਂ ਨਸ਼ਾ ਆ ਰਿਹਾ ਹੈ। ਜਦੋਂ ਇਹ ਨਸ਼ਾ ਟੁੱਟ ਜਾਂਦਾ ਹੈ ਤਾਂ ਡਿਪਰੈਸ਼ਨ ਆ ਜਾਂਦਾ ਹੈ। ਮੈਨੂੰ ਕੋਈ ਰਸ ਨਹੀਂ ਮਿਲਦਾ। ਨਸ਼ਾ ਤਾਂ ਲਾਜ਼ਮੀ ਹੈ। ਅੱਜ ਗੁਰੂ ਨਸ਼ੇ ਦੀ ਵੀ ਗੱਲ ਕਰ ਰਹੇ ਹਨ। ਇੱਕ ਜਨਾ ਮਸਤ ਹੋ ਗਿਆ ਹੈ ਨਾਮ ਵਿੱਚ, ਗੁਰੂ ਉਹਦੀ ਗੱਲ ਕਰਦੇ ਪਏ ਹਨ। ਜੀ ਤਾਂ ਕਰਦਾ ਹੈ ਇਸ ਬਾਣੀ ਨੂੰ ਵਿਚਾਰਦੇ ਰਹੀਏ। ਸ਼ਾਇਦ ਹੀ ਕੋਈ ਇਹੋ ਜਿਹੀ ਨਿਰਾਲੀ ਬਾਣੀ ਮਿਲੇ। ਕੁਝ ਐਸੇ ਦਰਸ਼ਨ ਗੁਰੂ ਦੇ ਮਿਲ ਰਹੇ ਹਨ ਜਿਹੜੇ ਮੈਨੂੰ ਪਹਿਲੇ ਮਹਿਸੂਸ ਘੱਟ ਹੋਏ ਹਨ। ਧੰਨਵਾਦੀ ਹਾਂ ਗੁਰੂ ਸਾਹਿਬ ਦਾ। ਮਹਾਰਾਜ ਨੇ ਅੱਜ ਪਹਿਲੀ ਪੰਕਤੀ ਵਿੱਚ ਇਹ ਗੱਲ ਛੇੜੀ ਹੈ, ਰੰਗ ਨਾ ਰਾਤਾ ਰਸ ਨਹੀਂ ਮਾਤਾ। ਨਾਮ ਦੇ ਰੰਗ ਵਿੱਚ ਨਹੀਂ ਰਤਿਆ ਗਿਆ। ਰਸ ਨਾ ਮਾਤਾ, ਮਸਤ ਨਹੀਂ ਹੋਇਆ ਰਸ ਦੇ ਵਿੱਚ, ਨਸ਼ਾ ਨਹੀਂ ਆਇਆ ਨਾਮ ਦਾ। ਜੀਵਨ ਦੇ ਨਸ਼ੇ ਤੇ ਬਹੁਤ ਲੋਕਾਂ ਨੂੰ ਆਉਂਦੇ ਹਨ। ਉਹ ਜਿਹੜਾ ਨਸ਼ਾ ਹੈ, ਜਿਹੜਾ ਜੀਵਨ ਤੋਂ ਤੋੜ ਦੇ, ਫਿਜ਼ੀਕਲ ਤੋਂ ਤੋੜ ਦੇ ਸਾਨੂੰ, ਉਸ ਨਸ਼ੇ ਦੀ ਗੱਲ ਕਰ ਰਹੇ ਹਨ। ਔਰ ਇਹ ਬਹੁਤ ਲੋਕਾਂ ਨੂੰ ਦੁਨੀਆ ਵਿੱਚ ਆਇਆ ਹੈ। ਮਨਸੂਰ ਦੀ ਗੱਲ, ਜਦੋਂ ਸਰੀਰ ਕੱਟਿਆ ਜਾ ਰਿਹਾ ਹੈ ਤਾਂ ਮਨਸੂਰ ਹੱਸਦਾ ਹੈ। ਉਹ ਕਹਿੰਦਾ ਜਿਹਨੂੰ ਕੱਟਦੇ ਹਨ ਉਹ ਕੱਟਿਆ ਨਹੀਂ ਜਾ ਰਿਹਾ। ਨਸ਼ਾ ਹੈ ਇੱਕ, ਉਸ ਦੁਨੀਆ ਦਾ ਨਸ਼ਾ ਹੈ। ਸਰੀਰ ਤੋਂ ਬਦੇ ਹੋ ਗਿਆ ਹੈ, ਬਿਨਾਂ ਦੇਹ ਦੇ ਬਦੇ। ਸਰੀਰ ਵੀ ਕੱਟਿਆ ਜਾ ਰਿਹਾ ਤਾਂ ਵੀ ਮਸਤਾਨਾ ਹੈ। ਇਹੀ ਗੱਲ ਅਸੀਂ ਚਾਂਦਨੀ ਚੌਕ ਦੇ ਸ਼ਹੀਦੀ ਵਿੱਚ ਵੀ ਦੇਖੀ। ਦੋਹੇ ਤਨ ਤੇ ਜਪਜੀ ਪੜੇ, ਦੇਖਤ ਸਭ ਅਚਰਜ ਬੜੇ। ਬਹਾਦਰਗੜ੍ਹ ਦੇ ਕਿਲੇ ਦੇ ਨੇੜੇ ਇੱਕ ਗੁਰਦੁਆਰਾ ਹੈ। ਉੱਥੇ ਪੀਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਦੇ ਹਨ। ਮਹਾਰਾਜ ਦਿੱਲੀ ਨੂੰ ਜਾ ਰਹੇ ਹਨ ਤਾਂ ਉਹ ਪੀਰ ਮਹਾਰਾਜ ਨੂੰ ਪੁੱਛਦੇ ਹਨ, ਆਪ ਕਿਉਂ ਜਾ ਰਹੇ ਹੋ? ਆਪ ਨੂੰ ਪਤਾ ਹੈ ਔਰੰਗਜ਼ੇਬ ਕੀ ਕਰੇਗਾ, ਪਰ ਆਪ ਜਾ ਰਹੇ ਹੋ। ਬ੍ਰਹਮ ਗਿਆਨ ਦੀ ਉੱਤਮ ਅਵਸਥਾ ਗੁਰੂ ਹੈ। ਕਿਤਨੀ ਵਾਰ ਜੀ ਕਰਦਾ ਹੈ ਗੁਰੂ ਨੂੰ ਨਮਸਕਾਰ ਹੀ ਕਰਦੇ ਰਹੀਏ। दरअसल कुछ बोलना भी बढ़ना नहीं है। कितनी निराली अवस्था है, गुरु दी कितनी कृपा है। गुरु बारे गल भी करनी एक दोष है, पर महाराज नूं कहंदे हन कि यह शरीर तो एक दिन मुकना है।
ਕਿਉਂ ਨਾ ਇਸ ਨੂੰ ਇਹਦੇ ਸਿਰ ਤੇ ਫੋੜ ਕੇ ਅਨੇਕਾਂ ਦਾ ਭਲਾ ਕਰ ਜਾਈਏ। ਵਿਚਾਰਨ ਵਾਲੀ ਗੱਲ ਹੈ। ਦੁਨੀਆ ਸ਼ਾਇਦ ਸਮਝ ਨਾ ਪਾਏ ਇਸ ਗੱਲ ਨੂੰ ਬਹੁਤ ਚਿਰ। ਪਰ ਮਹਾਰਾਜ ਦੀ ਇਸ ਅਵਸਥਾ ਨੂੰ ਵਿਚਾਰਨ ਦੀ ਲੋੜ ਸਾਨੂੰ ਸਭ ਨੂੰ ਹੈ। ਸਾਡਾ ਗੁਰੂ ਹੈ। ਉਸ ਸਮੇਂ ਦੀ ਹਾਕਮ ਨਾਲ ਟੱਕਰ ਲੈਣੀ, ਨਿਹੱਥੇ ਬਿਨਾਂ ਵਾਰ ਕੀਤੇ ਉਸ ਨੂੰ ਮਾਰ ਦੇਣਾ, ਇਹ ਬ੍ਰਹਮ ਗਿਆਨ ਦੇ ਅੰਦਰ ਦੀ ਡੂੰਘੀ ਕਲਾ ਹੈ। ਪਰ ਇਹਦੇ ਵਿੱਚ ਬਹੁਤ ਹੀ ਮਹਿੰਗਾ ਸੌਦਾ ਹੈ। ਪਰ ਗੁਰੂ ਇਹਨੂੰ ਮਹਿੰਗਾ ਨਹੀਂ ਜਾਣਦਾ ਹੈ। ਗੁਰੂ ਤਾਂ ਕੁਛ ਵੀ ਨਹੀਂ ਜਾਣਦਾ। ਬਾਲ ਛੋਟਾ, ਪਿੱਛੇ ਗੁਰੂ ਸਾਹਿਬ ਹਾਜ਼ਰ ਹਨ ਅਨੰਦਪੁਰ ਦੇ ਵਿੱਚ। ਇਹ ਕਿਹੋ ਜਿਹੇ ਲੋਕ ਹੋਣਗੇ, ਫਿਕਰ ਨਹੀਂ ਹੈ ਉਹਨਾਂ ਨੂੰ। ਜਿਵੇਂ ਕਿ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਹੀ ਜੁੜ ਕੇ ਇਹ ਫੈਸਲਾ ਲੈ ਰਹੇ ਹਨ। ਕੁਛ ਐਸਾ ਲੱਗਦਾ ਹੈ, ਕੋਈ ਰੋਸ ਨਹੀਂ ਹੈ। ਇਹ ਹੈ ਨਾਮ ਦੀ ਕਲਾ, ਜਿਹੜੀ ਦੁਨੀਆ ਨੂੰ ਬਦਲ ਸਕਦੀ ਹੈ ਔਰ ਬਦਲ ਰਹੀ ਵੀ ਹੈ। ਇੱਥੇ ਕੀ ਕਰ ਸਕਦੇ ਹਾਂ ਸਿਵਾਏ ਨਮਸਕਾਰ ਕਰਨ ਦੇ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਮਨ ਔਰ ਮਸਤਿਸ਼ਕ ਹਾਜ਼ਰ ਕਰਕੇ ਸਿਰ ਝੁਕਾਉਣਾ ਬਣਦਾ ਹੈ ਪੂਰੀ ਤਰ੍ਹਾਂ। ਨਾ ਉਹਦੀ ਗੱਲ ਕਰੀ ਜਾ ਸਕਦੀ ਹੈ, ਨਾ ਕਰਨੀ ਚਾਹੀਦੀ ਹੈ। ਅਕਥ ਕਥਾ ਹੈ ਮਹਾਰਾਜ। ਅਸੀਂ ਕੀ ਕਮਾ ਲਾਂਗੇ ਜੀਵਨ ਵਿੱਚ? ਜੀਵਨ ਵਿੱਚ ਆ ਕੇ ਜੀਵਨ ਤੋਂ ਪਰੇ ਜਾਣ ਦੀ ਕਮਾਈ ਜੀਵਨ ਹੈ। ਜੀਵਨ ਵਿੱਚ ਰਹਿ ਕੇ ਸਿਰਫ ਜੀਵਨ ਨੂੰ ਹੀ ਜਾਣ ਲੈਣਾ, ਜੋ ਦਿਖ ਰਿਹਾ ਹੈ ਉਸ ਨੂੰ ਜੀਵਨ ਜਾਣ ਲੈਣਾ, ਜੀਵਨ ਦੀ ਹਾਰ ਹੈ। ਜੀਵਨ ਦੀ ਜਿੱਤ ਅੱਖੋਂ ਦੇਖੀ ਜੀਵਨ ਨੂੰ ਤੋਂ ਆਜ਼ਾਦ ਹੋ ਜਾਣਾ ਜੀਵਨ ਦੀ ਜਿੱਤ ਹੈ। ਇੱਕ ਅੰਤਰਮਨ ਵਿੱਚ ਵਿਕਾਸ, ਜਿਸ ਨੂੰ ਭਗਤ ਕਬੀਰ ਵੀ ਬੜੇ ਪਿਆਰ ਨਾਲ ਸਾਨੂੰ ਸਮਝਾਉਂਦੇ ਹਨ ਕਿ ਜੀਵਨ ਜਿਸ ਨੇ ਜੀ ਲਿਆ ਉਸ ਨੂੰ ਮਰਨ ਦੀ ਕਲਾ ਆ ਗਈ ਔਰ ਫਿਰ ਉਹ ਮਰਿਆ ਨਹੀਂ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ। ਇਹ ਹੈ ਨਾਮ ਦੀ ਕਮਾਈ, ਇਹ ਹੈ ਸਿੱਖ ਦਾ ਜੀਵਨ। ਮਰਤਾ ਮਰਤਾ ਜਗਮੂਆ, ਮਰ ਵੀ ਨਾ ਜਾਣੇ ਕੋਏ। ਕਿਸੇ ਨੂੰ ਮਰਨਾ ਨਹੀਂ ਆ ਰਿਹਾ ਕਿ ਕਿਵੇਂ ਮਰਨਾ ਹੈ। ਐਸੀ ਮਰਨੀ ਜੋ ਮਰੇ, ਭੌਰ ਨਾ ਮਰਨਾ ਹੋਏ। ਜਿਸ ਨੂੰ ਮਰਨ ਦੀ ਕਲਾ ਆ ਗਈ, ਉਹਦੇ ਵਾਸਤੇ ਮੌਤ ਖਤਮ ਹੋ ਗਈ। ਜਿਹੜੀ ਗੱਲ ਸਾਹਿਬ ਨੇ ਕੱਲ ਦੇ ਪਦੇ ਵਿੱਚ ਵੀ ਕੀਤੀ ਸੀ ਕਿ ਮੌਤ ਤੋਂ ਹੀ ਆਜ਼ਾਦ ਹੋ ਗਏ, ਜੀਵਨ ਤੋਂ ਇਤਨੇ ਆਜ਼ਾਦ ਹੋ ਗਏ ਕਿ ਮੌਤ ਤੋਂ ਵੀ ਆਜ਼ਾਦ ਹੋ ਗਏ। ਉਸ ਮਨ ਦੇ ਵਿੱਚ ਇਤਨਾ ਮਨ ਬੈਠ ਗਿਆ ਕਿ ਇਸ ਮਨ ਦਾ ਚੇਂਜ ਹੁਣ ਬਿਲਕੁਲ ਵੀ ਨੇੜੇ ਨਹੀਂ ਆਉਂਦਾ। ਨਾਮ ਦਾ ਅਗਰ ਪ੍ਰਗਟਾਵਾ ਦੇਖਣਾ ਹੈ ਕਦੇ, ਤਾਂ ਇਹਨਾਂ ਲੋਕਾਂ ਦੇ ਵਿੱਚ, ਇਹਨਾਂ ਗੁਰੂਆਂ ਦੇ ਵਿੱਚ ਦਿਖਦਾ ਹੈ।
मैं अपने रोज़मर्रा के जीवन में इतना परेशान हाँ, मैं उसे नूं जीवन समझना शुरू कर दिता है। इतना घिर गया हाँ कि हुण शक्ति ही नहीं बची उस जीवन की कमाई की। जिवें कल वीर कहंदे सी, शक्ति ही नहीं बची है। परेशानी दे विच घिर गया, मैं दे विच लीन हो गया, नाम तो टुट गया। असी कौमी तौर पर भी इन्हां कन्फ्यूजनस दे विच फसे हाँ। धर्म की है, सवास का कोई लिंक है कि नहीं है, कोई भी गल असी जरा जी भी इस तरह की लगती है सानू, असी उन्होंने कहना शुरू कर देंगे हाँ कि जी यह तो योगी मत है, सिखां का कोई रिलेशन नहीं है इहदे नाल। थोड़ा जिहा विचारन की लोड़ है, असी कितने सीमित हो गए हाँ। यह निशानियां ने मेरे तरफों, मैनू लगता है कि असी नाम तो टुट गए हैं, घबरा जाते हैं छोटी छोटी गल्लां ते। जदों साडा गुरु शरीर ते मिटन ते नहीं घबरा रहा, उहदा सिख आइडियोलॉजी ते ही घबराना शुरू हो गया। कुछ अजीब जी गल लगती है। गुरु ने तां अपने शरीर के त्याग नूं एक निशान बना दिता, माइल स्टोन बना दिता, एक बीकन ऑफ एनर्जी बना दिता, एक चेंज दी एनर्जी बना दिता, बदलाव ले आया साडा गुरु। प्रेम विच सब नूं बन दिता और वैरी नूं बैरी बना के अलग खड़ा कर दिता, अपने कर्म नाल नहीं, उसके कर्म नाल। केवल हजूरी अपनी विच लिया के, केवल प्रॉब्लम दे विच खड़े होके प्रॉब्लम दा पलड़ा पलटा दिता, युग बदल दिता। वो शुरुआत हो गई, मुगल राज खत्म होने की शुरुआत हो गई। ये निशानियां ने महाराज, मैनू लगता है असी मन नूं, नाम नूं जदों तोड़ांगे दुनिया तो फिर सानू हर जगह दीवारां ही खड़ियां करनियां पैणगियां। डर डर के असी अपने घर विच भी डरदे रहांगे। पर जदों असी नाम नाल जुड़ते हाँ तो गुरु नानक साहब दी विचरण दी तुसी कला देखो। जिथे आइडियोलॉजिकली ओपोजिशन है, साहिब उत्थे ही जाके गए हैं गल करन, डायलॉग करन। वीर अरविंदर जी भी समझाते हैं ये गल कि गोष्ठी भुल गई है सानू, क्योंकि असी अपने आप विच सेंटर्ड नहीं हाँ। सानू रंग नहीं चढ़िया है, मस्त नहीं आई है, साडी मस्तानी नहीं आई अवस्था मन विच। रंग ना राता, रस नहीं माता, रस दी विच मस्त नहीं होया मन नाम दे, रंग नहीं चढ़िया नाम दा। ये निशानियां ने। कादे वास्ते आए इत्थे असी? सिख दा ते कर्म ही यही दिखता है, वो मस्ताना होण आया है, निरंकार दा रंग चढ़ाण आया है, नशा लैण आया है नाम दा। जितने भी फिजिकल नशे होणगे, जे नाम दा नशा नहीं करांगे, कुछ ना कुछ होर नशा करना पेगा। माफ़ करना, मैनू लगता है इस तरह है, और देखना आले दुआले इस तरह होंदा है। कोई गोलियां खा रहा है, कोई पदार्थ का नशा कर रहा है, कोई दूसरे नूं दुखी करन दा नशा कर रहा है, कोई अपने पैसे के नशे विच मस्त होया होया है। कोई ना कोई नशा करना पेगा, नहीं तो जुड़ेगा नहीं, जीवन तो टूट जाएगा। पर अगर नाम का नशा है, फिर एक गल होर भी है, कोई भी फिजिकल स्टिमुलेंट असी वरतांगे तो वह बैकलैश होंदा है, उसनूं हैंगओवर कहते हैं फिर। पर नाम के नशे का कोई बैकलैश नहीं है।
ਨਸ਼ਾ ਤਾਂ ਲਾਜ਼ਮੀ ਹੈ, ਕਿਹੜਾ ਨਸ਼ਾ ਕਰ ਰਹੇ ਹਾਂ ਇਹ ਦੇਖਣਾ ਬਣਦਾ ਹੈ। ਜੀਵਨ ਵਿੱਚ ਉਹ ਨਸ਼ਾ ਉਤਰ ਜਾਏ ਜਿਸ ਨਸ਼ੇ ਵਿੱਚ ਮਸਤ ਹੋ ਕੇ ਜੀਵਨ ਦੀ ਡਿਪੈਂਡੈਂਸ ਖਤਮ ਹੋ ਜਾਏ। ਇਹ ਹੈ ਆਜ਼ਾਦੀ, ਮੁਕਤੀ। ਫਿਜ਼ੀਕਲ ਡਿਪੈਂਡੈਂਸ ਦੀ ਆਜ਼ਾਦੀ, ਆਧਾਰ ਹੀ ਜੀਵਨ ਦਾ ਬਦਲ ਗਿਆ। ਇਹਦਾ ਇਹ ਮਤਲਬ ਨਹੀਂ ਹੈ ਕਿ ਉਹ ਜੀਂਦੇ ਨਹੀਂ ਹਨ, ਇਹਦਾ ਇਹ ਮਤਲਬ ਹੈ ਕਿ ਉਹ ਆਜ਼ਾਦ ਜੀਂਦੇ ਹਨ। ਜੀਵਨ ਹੈ ਤਾਂ ਜੀਣਗੇ, ਨਹੀਂ ਹੈ ਤਾਂ ਵੀ ਜੀਣਗੇ। ਇਹ ਕੋਈ ਛੋਟੀ ਗੱਲ ਨਹੀਂ ਹੈ, ਪਰ ਇਹ ਸਿੱਖ ਕੌਮ ਦੀ ਕਮਾਈ, ਸਾਡੀ ਕਮਾਈ। ਗੁਰੂ ਨਾਨਕ ਸਾਹਿਬ ਨਾਲ ਬੈਠ ਕੇ ਅਗਰ ਕੁਝ ਸਿੱਖਣਾ ਹੈ ਤਾਂ ਇਹ ਸਿਖਾਉਣਾ ਹੈ, ਗੁਰੂ ਸਾਨੂੰ ਸਿਖਾ ਰਿਹਾ ਹੈ। ਔਰ ਅੱਜ ਦੀ ਪੰਕਤੀ ਕਿਤਨੀ ਨਿਰਾਲੀ ਹੈ। ਰੰਗ ਨਾ ਰਾਤਾ, ਰਸ ਨਹੀਂ ਮਾਤਾ। ਇਹ ਕਾਦੇ ਵਾਸਤੇ ਮਹਾਰਾਜ ਕਹਿ ਰਹੇ ਹਨ? ਸਾਡੇ ਵਾਸਤੇ ਕਹਿ ਰਹੇ ਹਨ। ਜਿਵੇਂ ਕੋਈ ਖੜਾ ਹੋ ਕੇ ਮਾਈਲਸਟੋਨ ਤੇ ਇਸ਼ਾਰਾ ਕਰਦਾ ਹੋਏ ਇਸ ਰਸਤੇ ਜਾਣਾ ਹੈ, ਜੀਵਨ ਇੱਥੋਂ ਸਮਝ ਆਏਗਾ। ਤਾਂ ਮਨ ਦੇ ਵਿੱਚ, ਮਨ ਨੂੰ ਅਗਰ ਮਿਰਰ ਜਾਣੀਏ, ਜਦੋਂ ਨਾਮ ਦਾ ਰਿਫਲੈਕਸ਼ਨ ਆਏਗਾ ਤਾਂ ਨਿਰੰਕਾਰ ਦੀ ਹਜ਼ੂਰੀ ਆ ਜਾਏਗੀ ਮਨ ਵਿੱਚ। ਮਨ ਦੇ ਕੁਝ ਸਿੰਬੋਲਿਕ ਸਿਮਲੀਜ਼ ਅਸੀਂ ਯੂਜ਼ ਕਰਦੇ ਹਾਂ ਐਕਸਪਲੇਨ ਕਰਨ ਵਾਸਤੇ ਵੀ ਮਨ ਕੀ ਹੈ। ਉਹਦੇ 'ਚ ਇੱਕ ਮਿਰਰ ਹੈ। ਮਨ ਦਾ ਆਪਣਾ ਕੋਈ ਵੈਸਾ ਫਿਕਸਡ ਨੇਚਰ ਨਹੀਂ ਹੈ। ਜਿਵੇਂ ਉਹਨੂੰ ਜਿਸ ਐਕਸਪੀਰੀਅੰਸ ਵਿੱਚ ਢਾਲੋਗੇ ਉਸ ਤਰ੍ਹਾਂ ਹੋ ਜਾਏਗਾ। ਪੁਰਬ ਮਤ ਜਿਉਂ ਬਾਸ ਬਸਤ ਹੈ, ਮੁਕरमा है जैसे छाई, तैसे ही हर बसे निरंतर, घट ही खोजो पाई। गुरु तेग बहादुर साहब ने तो यह उपदेश किया है। मैं की कर रहा हाँ? मेरा जीवन की है? इत्थों ही तो समझ आएगा ना कि मैं सिख हाँ कि नहीं हाँ। चिन्ना तो नहीं समझ आ सकता। अज दे पदे विच साहिब बड़ी प्यार नाल समझा रहे हैं, रंग ना राता रस ना माता। उसने ना तो नाम दा रंग मन विच चढ़ाया है, ना ही उहदा रस लैके मस्त होया है। इत्थे ही खलो जाइए तो गल खत्म हो जाती है। वैसे तो जो नाम विच मस्त हो गया, सिख बन गया, गुरु नूं जान लिया, मन बदल दिता, अगे की करना है जाके महाराज? यही रंग चढ़ा दिओ साहिब, यही मन चढ़ा दिओ। मन विच नाम दा रंग चढ़ जाए, मस्त हो जाइए पातशाह जी। आप दी हजूरी हर जगह दिखे, यही तो सिक्खी है। फिर वह फिजिकल विच की रिफ्लैक्शन होएगा, की दिखेगा, की बनेगा, वो हुण नाम दे हथ विच है। मेरे हथ विच तां डोर ही नहीं है। हाँ, जे तलवार मिलेगी तो तलवार भी मैं पकड़ लवांगा, जे पोथी मिलेगी तो पोथी विच बैठ जावांगा, जे प्रेम मिलेगी तो लंगर बितावांगा। जिस रंग विच फिर गुरु ढालेगा उत्थे ढल जाएगा सिख। सब प्रेम का ही रिफ्लैक्शन है। किरपा भी उस तरह है, किरपान भी है, पोथी भी है, लंगर भी है। सब ही प्रेम की कहानियां हैं। पर उस दियां हन जो रस विच मस्त हो गया। पुछण वाली गल मैनू यही लगती है, अपने तो एक स्वै पड़ताल की गल चलती है। मैं मस्त क्यों नहीं हो रहा महाराज? मस्त नहीं होवांगा तो गुरु के दर्शन किवें जान पावांगा? अपने तो पार किवें जावांगा बिना मस्त होए, नाम दे विच रंगे होए मन नू
ਇੱਕ ਜਹਾਜ਼ ਦੀ ਤਰ੍ਹਾਂ ਸਮਝ ਲਈਏ। ਗੁਰੂ ਦੇ ਦਰਸ਼ਨ ਹੋ ਜਾਣ। ਪਦਾ ਤਾਂ ਲੰਬਾ ਹੈ, ਪਰ ਇਸ ਪੰਕਤੀ ਵਿੱਚ ਖਲੋ ਕੇ ਹੀ ਬਹਿ ਜਾਣ ਨੂੰ ਜੀ ਕਰਦਾ ਹੈ। ਇਹਦੇ ਵਿੱਚ ਹੀ ਸਮਾ ਜਾਏ। ਮਸਤੀ ਦੀ ਗੱਲ ਗੁਰੂ ਸਾਹਿਬ ਨੇ ਖੁੱਲੀ ਕੀਤੀ ਹੈ। ਅੱਜ ਇੱਕ ਸਾਨੂੰ ਉਪਦੇਸ਼ ਦੇ ਰਹੇ ਹਨ। ਕੀ ਕਰਦੇ ਪਏ ਹੋ ਜੀਵਨ ਬਾਰੇ ਮਹਾਰਾਜ ਦੱਸਦੇ ਹਨ। ਮਸਤ ਹੋ ਗਿਆ ਕਿ ਨਹੀਂ। ਅੱਜ ਅਨੰਦਪੁਰ ਜਾਂਦੇ ਗੁਰੂ ਹਾਜ਼ਰ ਹੋਣ ਦੇ ਤਾਂ ਪੁੱਛ ਵੀ ਲੈਂਦੇ। ਇਹੀ ਤਾਂ ਦੇਖਦੇ ਕਿ ਨਾਮ ਵਿੱਚ ਕੌਣ ਮਸਤ ਹੋ ਗਿਆ ਹੈ। ਇਹਨਾਂ ਸਿੱਖਾਂ ਚੋਂ ਭਾਈ ਕਨਈਆ ਕੌਣ ਬਣਿਆ ਹੈ। ਪਾਟੇ ਕੱਪੜੇ, ਮੈਲਾ ਸਰੀਰ, ਮਸਤਾਨੀ ਅਵਸਥਾ ਕਿਹਦੀ ਹੈ। ਜਿਹਨੂੰ ਅਭੇਦ ਦੇ ਦਰਸ਼ਨ ਹੋ ਰਹੇ ਹਨ, ਜਿਹਦੇ ਵਾਸਤੇ ਦੁਨੀਆ ਦੇ ਭੇਦ ਸਾਰੇ ਮਿਟ ਗਏ ਹਨ, ਉਹ ਕੌਣ ਹੈ ਇਹਨਾਂ ਚੋਂ। ਉਸੇ ਨੂੰ ਤਾਂ ਗੁਰੂ ਸ਼ਾਬਾਸ਼ੀ ਦੇਗਾ ਨਾ। ਮੈਨੂੰ ਤਾਂ ਲੱਗਦਾ ਹੈ ਗੁਰੂ ਪੁੱਛਦਾ ਹੈ ਮੇਰੇ ਤੋਂ, ਮਸਤ ਹੋ ਗਿਆ ਕਿ ਨਹੀਂ। ਨਾਮ ਨੂੰ ਜਾਣ ਲਿਆ। ਕਿਹੜੀ ਸਿੱਖੀ ਦੀ ਗੱਲ ਕਰਦੇ ਹਾਂ ਜੇ ਇਸ ਅਵਸਥਾ ਨੂੰ ਕਵਾਇਆ ਨਹੀਂ ਹੈ। ਅਸੀਂ ਮਾਫ ਕਰਨਾ। ਪਰ ਗੁਰੂ ਹੀ ਕਹਿ ਰਹੇ ਹਨ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਕਿਹੜੀ ਨਿਸ਼ਾਨੀਆਂ ਧਰਮ ਦੀਆਂ ਅਸੀਂ ਲੈ ਕੇ ਚੱਲਦੇ ਹਾਂ ਬਿਨਾਂ ਉਸ ਸੱਚੇ ਨਾਮ ਦੀ ਹਜ਼ੂਰੀ ਵਿੱਚ ਜੀਵਨ ਦੇ। ਔਰ ਅਸੀਂ ਮਸਤ ਨਹੀਂ ਹੋਏ। ਦੁਨੀਆ ਤੋਂ ਵੀ ਇੱਕ ਓਪਰਚੁਨਿਟੀ ਹੱਥੋਂ ਨਿਕਲ ਗਈ। ਕੁਝ ਮਸਤਾਨੇ ਲੋਕ ਦੁਨੀਆ ਵਿੱਚ ਉਤਰ ਜਾਂਦੇ, ਦੁਨੀਆ ਵੀ ਬਦਲ ਜਾਂਦੀ। ਤਾਂ ਅਸੀਂ ਵੀ ਕਹਿ ਸਕਦੇ ਗੁਰੂ ਦੇ ਸਿੱਖਾਂ ਸਮਾਂ ਬਦਲ ਦਿੱਤਾ। ਪਰ ਆਪਣੇ ਆਪ ਨੂੰ ਬਦਲ ਨਾ ਪਾਏ, ਦੁਨੀਆ ਨੂੰ ਕਿਵੇਂ ਬਦਲਾਂਗੇ। ਆਪਣੇ ਦੇ ਮਨ ਦੇ ਵਿੱਚ ਨਾਮ ਉਤਾਰਿਆ ਨਹੀਂ, ਦੁਨੀਆ ਦੇ ਵਿੱਚ ਕਿਹੜਾ ਰੰਗ ਲਿਖਾਵਾਂਗੇ। ਪਤਾ ਲੰਬਾ ਹੈ, ਅੱਗੇ ਚੱਲਣਾ ਤਾਂ ਜੀ ਨਹੀਂ ਕਰਦਾ, ਪਰ ਚੱਲਣਾ ਪਏਗਾ। ਬਿਨ ਗੁਰ ਸ਼ਬਦੇ ਜਲ ਬਲ ਤਾਤਾ। ਬਿਨਾਂ ਗੁਰੂ ਦੇ ਸ਼ਬਦ ਦੀ ਹਜ਼ੂਰੀ ਵਿੱਚ, ਮਨ ਵਿੱਚ ਮੈਂ ਤਪਦਾ ਰਹਿੰਦਾ ਹਾਂ। ਇੱਕ ਤਪਸ਼ ਵਿੱਚ, ਚੇਂਜ ਦੀ ਤਪਸ਼ ਇੱਕ ਤਪਸ਼ ਹੈ, ਇੱਕ ਗਰਮੀ ਹੈ, ਇੱਕ ਚਰਨਿੰਗ ਹੈ ਜਿਹਦੇ ਵਿੱਚ ਮੈਂ ਸਦਾ ਹੀ ਦੁਖੀ ਰਹਿੰਦਾ ਹਾਂ। ਇੱਕ ਇਹੋ ਜਿਹੀ ਚੇਂਜ ਮੇਰੇ ਆਲੇ ਦੁਆਲੇ ਚੱਲਦਾ ਹੈ ਜਿਹਦੇ ਵਿੱਚ ਮੈਂ ਪ੍ਰੈਸ਼ਰਡ ਰਹਿੰਦਾ ਹਮੇਸ਼ਾ। ਦੁਖਦਾਈ ਅਵਸਥਾ ਚੋਂ ਨਿਕਲਦਾ ਹਾਂ ਲਗਾਤਾਰ ਹੀ, ਜਿਵੇਂ ਜੀਵਨ ਗਲਦਾ ਪਿਆ ਹੋਏ। ਜਿਵੇਂ ਅਸੀਂ ਸਾਰੇ ਕੁਝ ਗਵਾ ਰਿਹਾ ਹੋਈਏ, ਜੋ ਇੱਕ ਓਪਰਚੁਨਿਟੀ ਮਿਲੀ ਹੈ ਉਸ ਨੂੰ ਬਿਖੇਰ ਰਹੀਏ ਹੋਈਏ। ਇਹ ਹੈ ਹਾਲ ਉਸ ਦਾ ਜਿਹੜਾ ਸ਼ਬਦ ਦੇ ਬਿਨਾਂ ਜੀ ਰਿਹਾ ਹੈ। ਬਿਨ ਗੁਰ ਸ਼ਬਦੇ ਜਲ ਬਲ ਤਾਤਾ। ਜਿਵੇਂ ਜਲ ਰਿਹਾ ਹੋਏ, ਸੜ ਰਿਹਾ ਹੋਏ। ਇੱਕ ਓਪਰਚੁਨਿਟੀ ਮਿਲੀ ਹੈ ਜੀਵਨ ਜੀਣ ਦੀ, ਉਹਦੇ ਵਿੱਚ ਮੈਂ ਹੀਰਾ ਕਮਾ ਸਕਦਾ ਹਾਂ, ਸਪਿਰਿਚੁਅਲ ਹੀਰਾ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਉਦੋਂ ਮੈਂ ਕੌਡੀ ਦੇ ਬਦਲੇ ਵੇਚ ਰਿਹਾ ਹਾਂ। ਤਾਂ ਇਹ ਡੀਵੈਲੂਏਸ਼ਨ ਹੋ ਗਈ ਇੱਕ ਤਰ੍ਹਾਂ ਦੀ, ਓਪਰਚੁਨਿਟੀ ਲੋਸਟ। ਮਹਾਰਾਜ ਕਹਿੰਦੇ ਨੇ ਬਿਨਾਂ ਸ਼ਬਦ ਦੀ ਹਜ਼ੂਰੀ ਦੇ ਮਨ ਵਿੱਚ ਇਹੀ ਹਾਲ ਰਹੇਗਾ। ਬਿਨ ਗੁਰ ਸ਼ਬਦੇ ਜਲ ਬਲ ਤਾਤਾ। ਜਲਦਾ ਰਹੇਗਾ, ਪਰੇਸ਼ਾਨ ਰਹੇਗਾ।
ਇਹੀ ਗੱਲ ਸਾਹਿਬ ਨੇ ਸਾਨੂੰ ਕਈ ਵਾਰ ਕਈ ਤਰੀਕਿਆਂ ਨਾਲ ਸਮਝਾਈ ਹੈ। ਜੋ ਅਸੀਂ ਸਮਝਣਾ ਚਾਹ ਰਹੇ ਹਾਂ ਜੀਵਨ ਬਾਰੇ, ਸ਼ਾਇਦ ਉਹ ਆਪਣੀ ਈਗੋ ਕਰਕੇ ਸਾਡੇ ਆਪਣੇ ਅੱਖਾਂ ਵਿੱਚ ਪਰਦਾ ਪਿਆ ਹੈ। ਜਿਹੜਾ ਤੱਤ ਗਿਆਨ ਹੈ ਜੀਵਨ ਦਾ, ਉਹ ਨਾਮ ਔਰ ਸ਼ਬਦ ਦੇ ਵਿੱਚ ਹੈ। ਗੁਰੂ ਨਾਨਕ ਸਾਹਿਬ ਨੇ ਇਸ ਬਾਣੀ ਵਿੱਚ ਠੋਕ ਠੋਕ ਕੇ ਇਹ ਗੱਲ ਬਾਰ-ਬਾਰ ਸਾਨੂੰ ਬੋਲੀ ਹੈ, ਬਲਿਹਾਰੀ ਜਾਈਏ ਗੁਰੂ ਦੇ, ਜੋ ਸੱਤ ਦੇ ਦਰਸ਼ਨ ਕਰਾ ਰਿਹਾ ਹੈ, ਝੂਠ ਤੋਂ ਸਾਨੂੰ ਤੋੜ ਰਿਹਾ ਹੈ। ਬਿਨ ਗੁਰ ਸ਼ਬਦੇ ਜਲ ਬਲ ਤਾਤਾ, ਬਿੰਦ ਨ ਰਾਖਾ ਸ਼ਬਦ ਨ ਪਾਖਾ। ਐਨਰਜੀ ਜੀਵਨ ਦੀ ਇੱਕੋ ਹੀ ਹੈ, ਸੋਰਸ ਆਫ ਐਨਰਜੀ ਇੱਕੋ ਹੀ ਹੈ। ਤਾਂ ਜਿਹੜੀ ਮੇਰੀ ਬਿੰਦ ਹੈ, ਬਿੰਦ ਨੂੰ ਅਸੀਂ ਉਹਨੂੰ ਸੈਕਸ਼ੁਅਲੀ ਯੂਜ਼ ਕਰ ਲਈਏ, ਸੈਕਸ਼ੁਅਲ ਐਨਰਜੀ ਬਣਾ ਦਈਏ ਕਿ ਉਸ ਨੂੰ ਰੱਖ ਕੇ ਉਸੇ ਤੋਂ ਤਪ ਵਿੱਚ ਲੈ ਜਾਈਏ। ਐਨਰਜੀ ਉਹੀ ਹੈ, ਉਸ ਨੂੰ ਅਸੀਂ ਧਿਆਨ ਵਿੱਚ ਲਿਜਾ ਸਕਦੇ ਹਾਂ, ਜੀਵਨ ਦੇ ਉੱਤਮ ਐਕਸਪੀਰੀਅੰਸਿਸ ਨੂੰ ਜਾਣ ਸਕਦੇ ਹਾਂ, ਜਾਂ ਉਸ ਬਿੰਦ ਨੂੰ ਅਸੀਂ ਹੋਰ ਜੀਵਨ ਦੇ ਜਿਹੜੇ ਦਰਵਾਜ਼ੇ ਨੇ ਉਹਨਾਂ 'ਚ ਵਰਤ ਸਕਦੇ ਹਾਂ। ਦਿਸ ਇਜ਼ ਆਰ ਕਾਲ। ਬਟ ਮਹਾਰਾਜ ਕਹਿੰਦੇ ਨੇ ਬਿੰਦ ਨਾ ਰੱਖਾ, ਆਪਣੀ ਬਿੰਦ ਦੀ ਸ਼ਕਤੀ ਨੂੰ ਨਹੀਂ ਰੱਖਿਆ, ਉਸ ਨੂੰ ਗਵਾ ਦਿੱਤਾ। ਮੈਂ ਬਹੁਤ ਸਾਲ ਪਹਿਲੇ ਜਦੋਂ ਧਰਮ ਬਾਰੇ ਕੁਝ ਗਿਆਨ ਸਿੱਖਣ ਦੀ ਗੱਲ ਕਰਦਾ ਸੀ ਤਾਂ ਇੱਕ ਸ਼ਬਦ ਮੇਰੇ ਸਾਹਮਣੇ ਆਇਆ, ਵਜਰੋਲੀ। ਉਹਦੇ ਵਿੱਚ ਇਹ ਲਿਖਦਾ ਸੀ ਉਹ ਕਿ ਜਿਹੜੀ ਇਹ ਸੈਕਸ਼ੁਅਲ ਐਨਰਜੀ ਹੈ, ਇਸ ਨੂੰ ਧਿਆਨ ਵਿੱਚ ਲਿਜਾ ਕੇ ਦਸਮ ਦੁਆਰ 'ਤੇ ਸਾੜ ਦਿੰਦਾ ਹੈ ਜਾਂ ਵਰਤ ਲੈਂਦਾ ਹੈ, ਇਹਨੂੰ ਵਜਰੋਲੀ ਕਹਿੰਦੇ ਹੈ। ਪਰ ਕਈ ਸਾਲ ਫਿਰ ਇਹਦਾ ਦਰਸ਼ਨ ਨਹੀਂ ਹੋਇਆ ਦੁਬਾਰਾ। ਇਸ ਸ਼ਬਦ ਨੂੰ ਉਸੇ ਵੇਲੇ ਪੜ੍ਹਿਆ ਸੀ। ਮਹਾਰਾਜ ਕਹਿੰਦੇ ਨੇ ਕਿ ਇਹ ਇੱਕ ਤਰੀਕਾ ਹੈ ਜੀਵਨ ਦਾ, ਜੀਵਨ ਨੂੰ ਜਾਣਨ ਦਾ। ਐਨਰਜੀ ਉਹੀ ਹੈ, ਇਹਨੂੰ ਮੈਂ ਰੱਖਾਂਗਾ, ਧਰਮ ਦੇ ਵਿੱਚ ਵਰਤਾਂਗਾ, ਨਾਮ ਦੇ ਵਿੱਚ ਵਰਤਾਂਗਾ ਕਿ ਇਹਨੂੰ ਜੀਵਨ ਵਿੱਚ ਡੋਲ ਦਿਆਂਗਾ। ਇਹ ਦੋ ਹੀ ਤਰੀਕੇ ਹਨ। ਇਹ 9 ਦਰਵਾਜ਼ੇ ਪ੍ਰਗਟ ਹਨ, ਉਹਨਾਂ ਵਿੱਚ ਵਰਤੀ ਜਾਏਗੀ ਜਾਂ ਫਿਰ ਦਸਮ ਦੁਆਰ ਦੇ ਵਿੱਚ ਲੈ ਜਾਈਏ। ਜਿਵੇਂ ਬਾਣੀ ਵਿੱਚ ਮਹਾਰਾਜ ਦੱਸਦੇ ਹਨ, ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ, ਕਿ ਮੈਂ ਇਹਨਾਂ 9 ਦਰਵਾਜ਼ਿਆਂ ਤੋਂ ਸ਼ਕਤੀ ਬਾਹਰ ਭੇਜਣੀ ਬੰਦ ਕਰਤੀ। ਇਹ ਹੁਣ ਦਸਮ ਦੁਆਰ 'ਤੇ ਜਾਂਦੀ ਹੈ, ਉੱਥੇ ਅਨਹਦ ਨਾਦ ਹੋ ਰਿਹਾ ਹੈ, ਇੱਕ ਸੈਲੀਬ੍ਰੇਸ਼ਨ ਚੱਲ ਪਈ ਹੈ। ਮੈਨੂੰ ਨਹੀਂ ਲੱਗਦਾ ਅਨਹਦ ਨਾਦ ਦਾ ਮਤਲਬ ਹੈ ਕਿ ਐਕਚੁਅਲ ਨਾਦ ਸੁਣਦਾ ਹੋਏ, ਬਟ ਸੈਲੀਬ੍ਰੇਸ਼ਨ ਨੂੰ ਕਿਵੇਂ ਸਮਝਾਵਾਂਗੇ? ਨਾਦ ਨਾਲ ਹੀ ਸਮਝਾਵਾਂਗੇ। ਇੱਕ ਆਨੰਦ ਦੀ ਵਰਖਾ ਹੋ ਗਈ ਹੈ। ਬਾਜੀ ਵਾਲੇ ਅਨਹਦ ਬਾਜੇ, ਉੱਥੇ ਬਾਜੇ ਵੱਜ ਰਹੇ ਹਨ। ਮਹਾਰਾਜ ਕਹਿੰਦੇ ਨੇ ਬਿੰਦ ਨਾ ਰਾਖਾ, ਸ਼ਬਦ ਨਾ ਪਾਖਿਆ। ਸ਼ਬਦ ਨੂੰ ਨਾ ਅਸੀਂ ਗਾਇਆ, ਨਾ ਭਾਸ਼ਾ ਵਿੱਚ ਲਿਆਏ, ਨਾ ਉਹਦੇ ਵਿੱਚ ਮਨ ਨੂੰ ਲੀਨ ਕੀਤਾ। ਸ਼ਬਦ ਨੂੰ ਜਾਣਿਆ ਨਹੀਂ। ਗੁਰੂ ਨਾਨਕ ਸਾਹਿਬ ਜੀਵਨ ਦੇ ਭੇਦ ਖੋਲ੍ਹਦੇ ਪਏ ਹਨ, ਸਾਨੂੰ ਸਮਝਾ ਰਹੇ ਹਨ ਜੀਵਨ ਕੀ ਹੈ, ਮਨ ਕੀ ਹੈ। ਅਗਲੀ ਪੰਕਤੀ ਥੋੜੀ ਵਿਚਾਰਨ ਵਾਲੀ ਹੈ। ਅੱਜ ਸਿੱਖ ਕੌਮ ਪ੍ਰਾਣਾਯਾਮ ਸ਼ਬਦ ਤੋਂ ਬਹੁਤ ਡਰਦੀ ਹੈ, ਪਰ ਕੀ ਅਸੀਂ ਪ੍ਰਾਣ ਸਾਰੇ, ਜੀਵਨ ਦਾ ਆਧਾਰ ਸਾਡਾ ਪ੍ਰਾਣ ਨਹੀਂ ਹੈ? ਕੀ ਅਸੀਂ ਸਵਾਸ ਨਹੀਂ ਲੈਂਦੇ ਹਾਂ? ਗੁਰੂ ਨਾਨਕ ਸਾਹਿਬ ਨੇ ਪਵਨ ਦੀ ਗੱਲ ਇਸ ਬਾਣੀ ਵਿੱਚ ਕੁਝ ਪਦ ਪਹਿਲੇ ਚਲਾਈ ਹੈ, ਔਰ ਉਹ ਪ੍ਰਾਣ ਦੀ ਹੀ ਗੱਲ ਕਰ ਰਹੇ ਹਨ। ਜੀਵਨ ਦੇ ਆਧਾਰ ਦੀ ਗੱਲ ਸਵਾਸ ਹੈ, ਇਹ ਬਾਰ-ਬਾਰ ਸਮਝਾ ਰਹੇ ਹਨ। ਇਹ ਸਭ ਦਾ ਹੈ, ਕੇਵਲ ਮੇਰਾ ਔਰ ਤੁਹਾਡਾ ਨਹੀਂ ਹੈ ਕਿ ਬਈ ਸਾਡਾ ਸਿੱਖ ਦਾ ਨਾ ਹੋਏ, ਹਿੰਦੂ ਦਾ ਹੋਏ। ਅਸੀਂ ਇਸ ਨੂੰ ਕਿਸ ਤਰ੍ਹਾਂ ਸਮਝ ਰਹੇ ਹਾਂ, ਸੋਚਣਾ ਚਾਹੀਦਾ ਹੈ। ਮਹਾਰਾਜ ਨੇ ਹੁਣ ਪਵਨ ਦੀ ਗੱਲ ਚਲਾਈ ਹੈ। ਪਵਨ ਨਾ ਸਾਧਿਆ। ਹੁਣ ਇਹ ਗੱਲ ਸਮਝ ਆਉਂਦੀ ਹੈ ਕਿ ਪਵਨ ਨੂੰ ਯੋਗੀ ਕਿਸ ਤਰ੍ਹਾਂ ਸਾਧਦੇ ਹਨ। ਉਹ ਪਵਨ 'ਤੇ ਫੋਕਸ ਕਰਕੇ ਸਾਧਦੇ ਹਨ।
ਸਾਧਨ ਦਾ ਮਤਲਬ ਕੀ ਹੈ? ਮੈਨੂੰ ਲੱਗਦਾ ਉਹਦਾ ਬੇਸਿਕ ਅਰਥ ਇਹ ਬਣਦਾ ਹੈ ਕਿ ਜੁਡੀਸ਼ੀਅਸ ਯੂਟਿਲਿਟੀ ਆਫ ਪ੍ਰਾਣ, ਸ਼ਕਤੀ, ਪ੍ਰਾਣ ਦੀ ਵਰਤੋਂ ਕਿਵੇਂ ਕਰਦੇ ਪਏ ਹਾਂ। ਪਵਨ ਨਾ ਸਾਧਿਆ, ਤਾਂ ਪਵਨ ਪੈਟਰਨ ਆਫ ਬਰੀਦਿੰਗ ਵੀ ਚੇਂਜ ਹੁੰਦਾ ਹੈ। ਜੇ ਅਸੀਂ ਕਾਮ ਵਾਸਨਾ ਵਿੱਚ ਉਤਰਾਂਗੇ, ਬਰੀਦਿੰਗ ਹੋਰ ਤਰ੍ਹਾਂ ਹੋਏਗੀ। ਸ਼ਾਂਤ ਹੋਵਾਂਗੇ ਤਾਂ ਸਾਨੂੰ ਸਭ ਨੂੰ ਪਤਾ ਹੈ ਬਰੀਦਿੰਗ ਹਲਕੀ ਹੋ ਜਾਏਗੀ। ਨਾਮ ਵਿੱਚ ਲੀਨ ਹੋਵਾਂਗੇ, ਬਰੀਦਿੰਗ ਹੋਰ ਤਰ੍ਹਾਂ ਦੀ ਹੋ ਜਾਏਗੀ। ਪਰ ਇਹ ਤਾਂ ਸੱਤ ਹੈ, ਇਹ ਚੇਂਜ ਤਾਂ ਸਾਰਿਆਂ ਵਾਸਤੇ ਹੈ। ਕੋਈ ਕ੍ਰੋਧਿਤ ਹੋਏਗਾ, ਉਹਦਾ ਪ੍ਰਾਣ ਹੋਰ ਤਰ੍ਹਾਂ ਚੱਲੇਗਾ। ਹੁਣ ਯੋਗੀਆਂ ਨੇ ਇਸ 'ਤੇ ਰਿਸਰਚ ਕਰਕੇ ਇਸ ਨੂੰ ਪ੍ਰਾਣ ਦੇ ਜ਼ਰੀਏ ਕਾਬੂ ਕਰਨ ਦਾ ਯਤਨ ਕੀਤਾ ਹੈ। ਠੀਕ ਹੈ, ਉਹ ਉਹਨਾਂ ਦਾ ਮਤ ਹੈ। ਉਹ ਕਹਿੰਦੇ ਅਸੀਂ ਪ੍ਰਾਣ ਨੂੰ ਕਾਬੂ ਕਰਕੇ ਮਨ ਨੂੰ ਇੰਪੈਕਟ ਕਰ ਲਾਂਗੇ। ਪਰ ਗੁਰੂ ਕਹਿੰਦਾ ਮਨ ਨੂੰ ਸ਼ਬਦ ਨਾਲ ਜੋੜ ਲਓ, ਪ੍ਰਾਣ ਕਾਬੂ 'ਚ ਆ ਜਾਏਗਾ। ਥੋੜ੍ਹਾ ਜਿਹਾ ਭੇਦ ਹੈ। ਅੱਜ ਸਾਡੀ ਕੌਮ ਵਿੱਚ ਵੀ ਇਹੋ ਜਿਹੇ ਸਾਡੇ ਸੈਕਸ਼ਨਜ਼ ਹਨ ਜਿਹੜੇ ਪ੍ਰਾਣ ਨਾਲ ਕੰਮ ਕਰਦੇ ਪਏ ਹਨ, ਪਵਨ ਨਾਲ, ਬਰੀਦਿੰਗ ਨਾਲ। ਅਖੰਡ ਕੀਰਤਨੀ ਜੱਥਾ ਅਭਿਆਸ ਕਰਦਾ ਹੈ। ਸਾਨੂੰ ਸਮਝਣਾ ਚਾਹੀਦਾ ਕਿ ਇਹ ਠੀਕ ਹੈ, ਗਲਤ ਹੈ। ਪਰ ਮਾਫ ਕਰਨਾ, ਨਾਮ ਅਭਿਆਸ ਕਰਦੇ ਹੋਏ ਬਰੀਦਿੰਗ ਤੇ ਇੰਪੈਕਟ ਤਾਂ ਆਏਗਾ ਹੀ। ਸੰਤ ਅਤਰ ਸਿੰਘ ਜੀ ਨੇ ਆਪਣੀ ਕਿਤਾਬ ਵਿੱਚ ਇੱਕ ਮੈਥਡ ਵੀ ਲਿਖਿਆ ਹੈ ਸਵਾਸ ਨੂੰ ਸ਼ਬਦ ਨਾਲ ਜੋੜਨ ਦਾ। ਸੋਚਣਾ ਬਣਦਾ ਹੈ। ਤਾਂ ਪਵਨ ਨੂੰ ਸਾਧਿਆ। ਮੈਂ ਉਸ ਦਿਨ ਜ਼ਾਜ਼ਨ ਦੀ ਵੀ ਮੈਥਡ ਦੇਖ ਰਿਹਾ ਸੀ। ਜ਼ੈਨ ਬੁੱਧਿਜ਼ਮ ਇੱਕ ਧਿਆਨ ਦਾ ਮੈਥਡ ਹੈ। ਮੈਥਡ ਕਾਹਦਾ ਹੈ? ਉਹ ਤਾਂ ਬਹੁਤ ਸਿੰਪਲ ਜਿਹਾ ਪ੍ਰੋਸੈਸ ਹੈ। ਉਹ ਤਾਂ ਕਹਿੰਦੇ ਨੇ ਬੈਠ ਜਾਓ ਤੇ ਦੇਖੋ ਇਸ ਨੂੰ, ਮਨ ਨੂੰ, ਇਹਦੇ ਨਾਲ ਆਪਣੇ ਆਪ ਨੂੰ ਤੋੜ ਲਓ, ਆਜ਼ਾਦ ਹੋ ਜਾਓ, ਗੱਲ ਖਤਮ ਹੈ। ਜ਼ਾਜ਼ਨ ਦਾ ਲਿਟਰਲ ਟਰਾਂਸਲੇਸ਼ਨ ਹੈ ਜਸਟ ਸਿਟਿੰਗ, ਬਸ ਬੈਠ ਜਾਣਾ ਹੈ। ਉਹ ਕਹਿੰਦਾ ਹੈ ਕਿ ਮੈਂ ਬਰੀਦਿੰਗ ਤੇ ਕੋਈ ਫੋਕਸ ਨਹੀਂ ਕਰਾਂਗਾ, ਮੈਂ ਬਰੀਦਿੰਗ ਤੋਂ ਕੰਟਰੋਲ ਕਰਨ ਦਾ ਯਤਨ ਨਹੀਂ ਕਰ ਰਿਹਾ, ਮੈਂ ਤਾਂ ਸਿਰਫ ਮਨ ਵਿੱਚ ਜਾ ਰਿਹਾ ਹਾਂ, ਬਸ ਬਰੀਦਿੰਗ ਆਪਣੇ ਆਪ ਸਮਝ ਜਾਏਗੀ। ਇਹ ਮੈਥਡ ਹਨ। ਪਰ ਸਾਨੂੰ ਇਹਦੇ ਵਿੱਚ ਵਿਆਕੁਲ ਹੋ ਕੇ ਡਰਨ ਦੀ ਕੀ ਲੋੜ ਪੈ ਗਈ ਹੈ ਕਿ ਅਸੀਂ ਸਵਾਸ ਨੂੰ ਇਵੇਂ ਸਮਝ ਰਹੇ ਹਾਂ ਕਿ ਜੇ ਇਹ ਧਰਮ ਦੇ ਨਾਲ ਲਿੰਕਡ ਹੀ ਨਹੀਂ ਹੈ। ਇਹ ਕਿਵੇਂ ਹੋ ਸਕਦਾ ਹੈ? ਜੀਵਨ ਦੀ ਸ਼ਕਤੀ ਪ੍ਰਾਣ ਤੋਂ ਆ ਰਹੀ ਹੈ, ਸਵਾਸ ਤੋਂ ਆ ਰਹੀ ਹੈ। ਤੇ ਜੇ ਕੋਈ ਕਹਿੰਦਾ ਹੈ ਮੈਂ ਸਵਾਸ ਨੂੰ ਸ਼ਬਦ ਨਾਲ ਜੋੜਾਂਗਾ, ਤਾਂ ਉਹਦੇ ਵਿੱਚ ਸਾਨੂੰ ਡਰਨ ਦੀ ਕੀ ਲੋੜ ਹੈ? ਅਸੀਂ ਆਪਣੀ ਆਇਡੈਂਟੀਟੀ ਨੂੰ ਕਿਸ ਤਰ੍ਹਾਂ ਜਾਣਦੇ ਹਾਂ ਜਾਂ ਨਹੀਂ ਜਾਣਦੇ ਹਾਂ, ਇਹ ਵਿਚਾਰ ਉੱਠਦਾ ਹੈ। ਪਰ ਮਹਾਰਾਜ ਇੱਥੇ ਗੁਰੂ ਸਾਹਿਬ ਕਹਿ ਰਹੇ ਹਨ ਪਵਨ ਨੂੰ ਨਹੀਂ ਸਾਧਿਆ, ਬਰੀਦਿੰਗ ਸਾਧੀ ਨਹੀਂ ਗਈ, ਆਊਟ ਆਫ ਕੰਟਰੋਲ ਹੈ। ਮਨ ਨਹੀਂ ਸਾਧਿਆ ਤਾਂ ਬਰੀਦਿੰਗ ਵੀ ਨਹੀਂ ਸੰਭਲੀ। ਸੱਚ ਨਾ ਅਰਾਧਿਆ, ਨਾਮ ਨੂੰ ਅਰਾਧਿਆ ਨਹੀਂ ਹੈ। ਨਾਮ ਦੇ ਵਿੱਚ ਮਨ ਲੀਨ ਨਹੀਂ ਕੀਤਾ ਹੈ, ਨਾਮ ਦੇ ਵਿੱਚ ਉਤਰਿਆ ਨਹੀਂ ਹੈ। ਅਕਥ ਕਥਾ ਲੈ ਸਮ ਕਰ ਰਹੇ। ਰਹਿੰਦਾ ਕਿੱਥੇ ਹੈ ਸਿੱਖ ਗੁਰੂ ਦਾ? ਗੁਰੂ ਕਹਿ ਰਿਹਾ ਹੈ ਉਹ ਕਥਾ ਹੀ ਦੱਸਣ ਵਾਲੀ ਨਹੀਂ ਹੈ। ਸਮ ਕਰ ਰਹੇ, ਇੱਕ ਇਕੁਆਨਿਮਿਟੀ ਹੈ, ਬੈਲੈਂਸ ਹੈ ਜੀਵਨ ਦਾ। ਜੀਵਨ ਨੂੰ ਜਾਣਦੇ ਹੋਏ, ਜੀਵਨ ਵਿੱਚ ਬਹਿੰਦੇ ਹੋਏ, ਜੀਵਨ ਨੂੰ ਜੀਂਦੇ ਹੋਏ, ਜੀਵਨ ਤੋਂ ਨਿਰਲੇਪ ਹੈ। जैसे जल में कमल निरालम मुरगाई न साणे, सुरत शब्द भवसागर तरिए नानक नाम बखाणे। रहे एकांत एको मन वस्या, आसा माहे निरासा निरासो। अगम अगोचर देख दिखाए नानक ताका दासो। अगम अगोचर दे देख दिखा रहा है।
ਜੀਵਨ ਤੋਂ ਕੋਈ ਆਸ ਨਹੀਂ ਹੈ। ਹੁਣ ਆਸਾ ਮਾਹੇ ਨਿਰਾਸੋ, ਆਸ ਦੀ ਲੋੜ ਵੀ ਨਹੀਂ ਰਹਿ ਗਈ ਹੈ, ਕਿਉਂਕਿ ਜੋ ਜੀਵਨ ਨੇ ਦੇਣਾ ਹੈ ਉਹ ਆਨੰਦ ਦੇ ਰੂਪ ਵਿੱਚ ਪ੍ਰਗਟ ਹੋ ਚੁੱਕਿਆ ਹੈ। ਮਨ ਵਿੱਚ ਜਾਣ ਲਿਆ ਹੈ ਕਿ ਮਨ ਵਿੱਚ ਕੀ ਹੈ। ਮਨ ਵਿੱਚ ਇੱਕ ਇਹੋ ਜਿਹੀ ਅਵਸਥਾ ਹੈ ਜਿਹੜੀ ਸਦਾ ਹੀ ਵਿਗਾਸਦੀ ਹੈ। ਘੜੀਏ ਮਨ ਨੂੰ, ਘੜੀਏ। ਮਸਤਾਨੀ ਗੱਲ ਹੈ ਬੜੀ। ਗੁਰੂ ਨੇ ਨਾਮ ਦੀ ਗੱਲ ਮਸਤਾਨੀ ਅਵਸਥਾ ਨਾਲ ਜੋੜ ਦਿੱਤੀ ਹੈ। ਅਕਥ ਕਥਾ ਲੈ ਸੰਗ ਕਰ ਰਹੇ, ਤਉ ਨਾਨਕ ਆਤਮ ਰਾਮ ਕੋ ਲਹੇ। ਆਤਮਾ ਦੇ ਵਿੱਚ ਇੱਕ ਰਾਮ ਵਸਦਾ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਜਿਹਦੀ ਆਈਡੈਂਟਿਟੀ ਨਿਰਲੇਪ ਹੈ। ਅਵਗਤੋ ਨਿਰਮਾਇਲ ਉਪਜੇ। ਉਸ ਨੂੰ ਜਾਣ ਲਿਆ ਹੈ, ਉਸ ਨੂੰ ਜਾਣ ਲਿਆ ਹੈ ਜਿਹੜਾ ਅਸੀਂ, ਜਿਹਦੇ ਬਾਰੇ ਅਸੀਂ ਗੱਲ ਨਹੀਂ ਕਰ ਸਕਦੇ ਹਨ। ਪਰ ਗੱਲ ਤਾਂ ਸਾਰੀ ਮਸਤਾਨੇ ਹੋਣ ਤੋਂ ਸ਼ੁਰੂ ਹੁੰਦੀ ਹੈ। ਟ੍ਰਾਂਸੈਂਡੈਂਸ ਦੀ ਐਨਰਜੀ ਕਿੱਥੋਂ ਆਏਗੀ? ਇੱਕ ਪ੍ਰੇਮ ਤੋਂ ਆਏਗੀ। ਜਿਨ ਪ੍ਰੇਮ ਕੀਓ ਜੋ ਤਮ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੁਰਿਆਓ। ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਜੀਵਨ ਦਾ ਪੂਰਾ ਫਾਊਂਡੇਸ਼ਨ ਹੀ ਬਦਲ ਦਿੰਦਾ ਹੈ ਗੁਰੂ। ਫਿਜ਼ੀਕਲ ਤੋਂ ਤੋੜ ਕੇ ਨਾਮ ਦੇ ਵਿੱਚ ਜੜਾ ਲਗਾ ਦਿੰਦਾ ਹੈ ਸਿੱਖ ਦੀ। ਭਾਈ ਮੰਝ ਦੀ ਕਥਾ ਪੜ੍ਹਨੀ ਕਿਸੇ ਦਿਨ, ਕਿਆ ਬਾਤ ਹੈ। ਉਸ ਪ੍ਰੇਮ ਦੇ ਵਿੱਚ ਹੀ ਸਾਰਾ ਚੇਂਜ ਹੋਇਆ ਹੈ। ਗੁਰੂ ਹੁਕਮ ਕਰਦਾ ਰਿਹਾ ਸਿੱਖ ਨੂੰ, ਔਰ ਉਹਦੀ ਜੜ੍ਹਾਂ ਨਿਰੰਕਾਰ ਦੇ ਵਿੱਚ ਵਸਾ ਦਿੱਤੀਆਂ। ਅਸੀਂ ਗੁਰੂ ਤੋਂ ਲੈਣ ਜਾਂਦੇ ਹਾਂ, ਪਰ ਗੁਰੂ ਤਾਂ ਸਭ ਝੂਠ ਤੋੜ ਦੇਗਾ ਸਾਡੇ ਤੋਂ, ਤਾਂ ਹੀ ਸੱਤ ਮਿਲੇਗਾ ਸਾਨੂੰ। ਮੇਰੇ ਮੈਂ ਦੇ ਨਾਲ ਸਭ ਝੂਠ ਜੁੜਿਆ ਹੈ। ਸਤ ਰੂਪ ਵਿੱਚ ਦਰਸ਼ਨ ਅਗਰ ਨਿਰੰਕਾਰ ਦੇ ਕਰਨੇ ਹਨ ਤਾਂ ਝੂਠ ਤੋਂ ਸਾਨੂੰ ਆਪਣੇ ਆਪ ਨੂੰ ਤੋੜਨਾ ਪਏਗਾ। ਹੋਰ ਕੋਈ ਰਸਤਾ ਨਹੀਂ ਹੈ। ਦੋਨਾਂ ਨੂੰ ਕਿਵੇਂ ਸੱਚੇ ਨਾਲ ਰੱਖਾਂਗੇ? ਮੇਰੇ ਮਨ ਦੀ ਬੁਨਿਆਦ ਹੀ ਉਹ ਬਣੀ ਹੋਈ ਹੈ ਜੋ ਝੂਠ ਹੈ। ਮੇਰਾ ਪਰਿਵਾਰ ਹੈ, ਮੇਰਾ ਕਾਰੋਬਾਰ ਹੈ, ਪੈਸਾ ਹੈ, ਸ਼ੋਹਰਤ ਹੈ, ਇਹ ਸਾਰੀਆਂ ਚੀਜ਼ਾਂ ਇੱਕ ਬਾਹਰਲੀ ਆਈਡੈਂਟਿਟੀ ਦਾ ਗੇਮ ਹੈ ਜੋ ਇਨਰ ਰਿਐਲਿਟੀ ਨਹੀਂ ਹੈ। ਪਰ ਇਹਦਾ ਵਾਸਾ ਮੇਰੇ ਮਨ ਦੇ ਵਿੱਚ ਹੈ। ਦੋਸ਼ ਇੱਥੇ ਆਉਂਦਾ ਹੈ, ਮੇਰੇ ਮਨ ਦਾ ਆਧਾਰ ਹੈ ਬਣੀਆਂ ਹੋਈਆਂ ਹਨ। ਇਹ ਹੈਣ ਕਿ ਨਹੀਂ ਹੈਣ ਉਹ ਗੱਲ ਨਹੀਂ ਬਣਦੀ, ਪਰ ਮੇਰੇ ਮਨ ਦੇ ਵਿੱਚ ਅਗਰ ਨਾਮ ਨੇ ਵਸਣਾ ਹੈ ਤਾਂ ਇਹਨਾਂ ਚੀਜ਼ਾਂ ਦਾ ਆਧਾਰ ਬਦਲਣਾ ਪਏਗਾ। ਮੇਰੇ ਮਨ ਦੇ ਵਿੱਚ ਨਾਮ ਤਾਂ ਹੀ ਵਸੇਗਾ ਜਦ ਮਨ ਚੋਂ ਝੂਠ ਨਿਕਲੇਗਾ। ਫਾਊਂਡੇਸ਼ਨ ਜੀਵਨ ਦੀ ਬਦਲੇਗੀ। ਬਾਹਰਲਾ ਜੀਵਨ ਕੁਛ ਵੀ ਨਹੀਂ ਬਦਲੇਗਾ। ਬਦਲੇਗਾ ਤਾਂ ਮੇਰੇ ਐਟੀਟਿਊਡ ਕਰਕੇ ਬਦਲੇਗਾ। ਆਈ ਵਿਲ ਲੁੱਕ ਐਟ ਥਿੰਗਸ ਡਿਫਰੈਂਟਲੀ, ਕਿਉਂਕਿ ਮੇਰਾ ਮਨ ਹੁਣ ਉਸ ਜੜ ਨਾਲ ਜੁੜ ਗਿਆ, ਸੋਰਸ ਨਾਲ ਜੁੜ ਗਿਆ। ਇਹ ਗੱਲ ਕੱਲ ਵੀਰ ਨੇ ਬੜੀ ਪਿਆਰੀ ਗੱਲ ਚਲਾਈ ਸੀ ਕਿ ਕਈ ਵਾਰ ਨਾਮ ਤੋਂ ਮਨ ਟੁੱਟ ਜਾਂਦਾ ਹੈ। ਬਿਲਕੁਲ ਟੁੱਟ ਜਾਂਦਾ ਹੈ। ਜੀਵਨ ਘੇਰ ਲੈਂਦਾ ਹੈ ਸਾਨੂੰ, ਕਿਉਂਕਿ ਅਸੀਂ ਚੂਜ਼ ਕਰਦੇ ਹਾਂ। ਔਰ ਕੁਛ ਜੀਵਨ ਵੀ ਕੰਪਲਿਕੇਟਡ ਹੋ ਗਿਆ। ਪਹਿਲਾਂ ਜੀਵਨ ਸਰਲ ਸੀ, ਮਨ ਵੀ ਸਰਲ ਸੀ। ਹੁਣ ਬਹੁਤ ਪੁਸ਼ ਐਂਡ ਪੁਲਸ ਹਨ ਜੀਵਨ ਵਿੱਚ, ਤਾਂ ਥੋੜੀ ਮਿਹਨਤ ਦੀ ਜ਼ਿਆਦਾ ਲੋੜ ਹੈ। ਰੀਚਾਰਜ ਕਰਨ ਦੀ ਲੋੜ ਹੈ ਜ਼ਿਆਦਾ। ਪਰ ਮੈਨੂੰ ਲੱਗਦਾ ਹੈ ਕਈ ਵਾਰ ਅਸੀਂ ਮਸਤਾਨੇ ਹੋ ਕੇ ਵੀ ਗੁਰੂ ਨੂੰ ਦੇਖੀਏ ਤਾਂ ਵੀ ਬਹੁਤ ਕੁਝ ਹੋ ਜਾਏਗਾ। ਗੁਰੂ ਦੇ ਦਰਸ਼ਨ ਹੀ ਬਦਲੀ ਹੋ ਜਾਂਦੇ ਹਨ। ਮੈਂ ਕਿਹਨਾਂ ਅੱਖਾਂ ਨਾਲ ਗੁਰੂ ਨੂੰ ਦੇਖਦਾ ਹਾਂ, ਕਿਹੜੇ ਮਨ ਦੀ ਅਵਸਥਾ ਨਾਲ ਗੁਰੂ ਨਾਲ ਜੁੜਦਾ ਹਾਂ, ਇਹ ਮੇਰੇ ਤੇ ਮੈਟਰ ਕਰਦਾ ਹੈ। ਗੁਰੂ ਤਾਂ ਉਹੀ ਹੈ, ਮੇਰੀ ਮਨ ਦੀ ਅਵਸਥਾ ਕੀ ਹੈ।
मैं किन्हां अखां नाल देख रहा हाँ, दुनियावी अखां नाल देख रहा हाँ कि मस्त होकर देख रहा हाँ। गुरु नानक साहब दे इन्हां पदियां दी विचार कदे भी सही तरह नहीं की जा सकती मेरे तो। इहदे लई मैं आप सब तो बहुत माफ़ी मंगदा हाँ। हजूर दे नाल बैठ के कई बार मन भी बह जाता है, इहदे लई भी माफ़ी देना। आप कुछ सुधार कर सको जरूर करना जी, मैं भी सीखण आया। जीवन का तत्व ज्ञान मिल जाए, एक बड़ी सूक्ष्म खोज की तरह ही मिल सकता है। सौखी गल नहीं है, पर एक अरदास जरूर है, पुकार जरूर है कि गुरु कोई रास्ता बख्श दे। आप मेरे विचारों तो कुछ सुधार कर सको, करना चाहो, उहदे बारे कुछ कहना चाहो, जी आया नूं, मोस्ट वेलकम। पर आप दा बहुत धन्नवाद है, आप सब आके इस समय की सांझ विच गुरु दे दर्शन बख्शदे हो जिहड़े निराले हैं, और पता भी नहीं लग्या कितनी दूर मन निकल आया गुरु नाल। इस बाणी नूं जी तां करदा है बार बार विचारिया जाए। अज दे विचार इतने ही प्रवान करना। आपका बहुत बहुत धन्यवाद। वाहिगुरू जी का खालसा, वाहिगुरू जी की फतेह।